You are listening to the online streaming service from Emmanuel Church, Handsworth, Birmingham, UK. ਓਕੇ, ਆਓ ਅਸੀਂ ਜੋ ਐਤਵਾਰ ਸੁਬਾਹ ਦੀ ਮੀਟਿੰਗ ਆ ਇਹ ਆਪਾਂ ਸ਼ੁਰੂ ਕਰੀਏ ਸਾਰੇ ਰਲ ਕੇ। ਔਰ ਅੱਜ ਦੀ ਸੁਬਾਹ ਜੋ ਹੈ ਉਹ ਸਾਰਿਆਂ ਨੂੰ ਗੁੱਡ ਮਾਰਨਿੰਗ, ਔਰ ਪ੍ਰਭੂ ਸਾਰਿਆਂ ਨੂੰ ਇਹ ਜੋ ਸੁਬਾਹ ਉਹ ਬਰਕਤ ਵਾਲੀ ਸੁਬਾਹ ਬਣਾਵੇ। ਔਰ ਅੱਜ ਦਾ ਜਿਹੜਾ ਵਚਨ ਆ ਉਹ ਸਾਰਿਆਂ ਵਾਸਤੇ ਸਾਡੇ ਵਾਸਤੇ ਫਾਇਦੇਮੰਦ ਹੋਵੇ। ਔਰ ਖਾਸ ਕਰ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਅੱਜ ਸਾਡੇ ਵਿਚਕਾਰ ਪਹਿਲੀ ਵਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਆ। ਸੋ ਪ੍ਰਭੂ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ। ਇੱਕ ਜੋ ਬਹੁਤ ਮਸ਼ਹੂਰ ਜ਼ਬੂਰ ਅਸੀਂ ਬਹੁਤ ਵਾਰੀ ਦੇਖਦੇ ਹਾਂ, ਆਮ ਜਿਹੜੀ ਉਹਦੀ ਐਤ ਇੱਕ ਅਸੀਂ ਪੜ੍ਹਾਂਗੇ ਸ਼ੁਰੂ ਕਰਨ ਤੋਂ ਪਹਿਲਾਂ। ਇਹ ਹੈਗਾ ਜ਼ਬੂਰ 46 ਉਹਦੀ 10 ਐਤ। ਔਰ ਇੱਥੇ ਪਹਿਲੇ ਪਾਰਟ 'ਚ ਹਿੱਸੇ ਲਿਖਿਆ ਹੈ ਕਿ ਥੰਮ ਜਾਓ ਅਤੇ ਜਾਣ ਲਓ ਬਈ ਮੈਂ ਹੀ ਪਰਮੇਸ਼ਰ ਹਾਂ। ਮੈਂ ਕੌਮਾਂ ਵਿੱਚ ਵਡਿਆਇਆ ਜਾਵਾਂਗਾ, ਮੈਂ ਧਰਤੀ ਉੱਤੇ ਵਡਿਆਇਆ ਜਾਵਾਂਗਾ। ਔਰ ਇਹ ਜਿਹੜੀ ਇਹ ਐਤ ਆ, ਇਹ ਜ਼ਬੂਰ ਖਾਸ ਕਰਕੇ ਪਰਮੇਸ਼ਰ ਦੇ ਲੋਕਾਂ ਦੇ ਵਾਸਤੇ ਇਹ ਲਿਖਿਆ ਹੋਇਆ। ਔਰ ਇਹਦਾ ਮਕਸਦ ਸੀਗਾ ਕਿ ਜਿਹੜੇ ਪਰਮੇਸ਼ਰ ਦੇ ਜਿਹੜੇ ਲੋਕ ਆ ਉਹ ਭਾਵੇਂ ਕਿੱਥੋਂ ਦੀ ਵੀ ਦੁਨੀਆ ਦੇ ਵਿੱਚ ਰਹਿੰਦੇ ਹੋਏ ਦੁੱਖਾਂ ਸੁੱਖਾਂ ਦੇ ਲੰਘ ਕੇ ਜਾਣ, ਉਹਨਾਂ ਦੇ ਵਾਸਤੇ ਪਰਮੇਸ਼ਰ ਆਪ ਖੁਦ ਕਹਿ ਰਿਹਾ ਕਿ ਮੈਂ ਹੀ ਪਰਮੇਸ਼ਰ ਹਾਂ। ਥੰਮ ਲਓ, ਜਾਣ ਲਓ, ਰੁਕੋ, ਧਿਆਨ ਕਰੋ ਕਿ ਮੈਂ ਤੈਨੂੰ ਸੰਭਾਲ ਕੇ ਰੱਖਣਾ ਆ। ਭਾਵੇਂ ਕਿੱਥੋਂ ਦੀ ਤੁਸੀਂ ਲੰਘਦੇ ਆ, ਤੁਸੀਂ ਮੇਰੇ ਵਿੱਚ ਸੁਰੱਖਿਅਤ ਆ। ਔਰ ਦੂਸਰੀ ਗੱਲ ਇਹ ਆ ਕਿ ਜਿਹੜੇ ਦੁਨੀਆ ਦੇ ਲੋਕ ਆ ਉਹਨਾਂ ਦੇ ਵਾਸਤੇ ਇੱਕ ਇਹ ਪ੍ਰਭੂ ਚੇਤਾਵਨੀ ਦੇ ਰਿਹਾ ਕਿ ਉਹਨਾਂ ਨੂੰ ਵੀ ਇਹ ਥੰਮਣ ਦੀ ਲੋੜ ਆ, ਦੇਖਣ ਦੀ ਲੋੜ ਆ, ਭਾਲਣ ਦੀ ਲੋੜ ਆ ਕੀ ਉਹ ਸੱਚੀ ਮੁੱਚੀ ਪਰਮੇਸ਼ਰ ਵੱਲ ਧਿਆਨ ਕਰਦੇ ਆ ਕਿ ਜਿਹੜਾ ਇੱਕ ਪਰਮੇਸ਼ਰ ਆ ਜਿਹੜਾ ਸਿੰਘਾਸਨ 'ਤੇ ਬਿਰਾਜਮਾਨ ਔਰ ਜਿਹੜਾ ਉਪਾਸਨਾ ਦੇ ਲਾਇਕ ਆ। ਉਹਨਾਂ ਨੂੰ ਪਰਮੇਸ਼ਰ ਕਹਿ ਰਿਹਾ ਲੋਕਾਂ ਨੂੰ ਕਿ ਇੱਕ ਦਿਨ ਦੇਰ ਹੋ ਜਾਣੀ ਆ, ਹੁਣ ਤੁਸੀਂ ਮੌਕਾ ਆ, ਹੁਣ ਤੁਸੀਂ ਦੇਖੋ, ਜਾਣੋ ਕਿ ਉਪਾਸਨਾ ਦੇ ਯੋਗ ਕਿਹੜਾ ਪਰਮੇਸ਼ਰ ਆ। ਔਰ ਇਸੇ ਅਸੀਂ ਪਰਮੇਸ਼ਰ ਦੀ ਅੱਜ ਸੁਬਾਹ ਉਪਾਸਨਾ ਕਰਨੀ ਆ, ਉਹਨੂੰ ਮੁਬਾਰਕ ਆਖਣਾ ਆ। ਸੋ ਅਸੀਂ ਇਹ ਕਹਿੰਦੇ ਹੋਏ ਹੁਣ ਜੋ ਪਹਿਲਾ ਅੱਜ ਦਾ ਗੀਤ ਆ ਉਹ ਤੁਸੀਂ ਸਾਰਿਆਂ ਨੇ ਇਹ ਰਲ ਕੇ ਗਾਉਣਾ ਆ। ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣ ਲੱਭਦਾ, ਜਿਹੜੇ ਕੰਮ ਆਇਓ ਉਸੇ ਕੰਮ ਕਿਉਂ ਨੀ ਲੱਗਦਾ। ਬਦਨਾਂ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ, ਬਣ ਕੇ ਮਸੀਹਾ ਉਹਨੇ ਭੇਦ ਸਾਰਾ ਖੋਲਿਆ। ਸੁਣ ਕੇ ਆਵਾਜ਼ ਮਸੀਹਾ ਪਿਆਰਾ ਤੇਰੇ ਹੀ ਬਚਾਉਣ ਨੂੰ, ਆਪ ਹੋਏ ਦੁਖੀ ਤੇਰੀ ਵਿਗੜੀ ਬਣਾਉਣ ਨੂੰ। ਉਹਦੇ ਵੱਲ ਮੂਰਖਾਂ ਤੋਂ ਛੇਤੀ ਕਿਉਂ ਵੱਜਦਾ, ਜਿਹੜੇ ਕੰਮ ਆਇਓ ਉਸੇ ਕੰਮ ਕਿਉਂ ਲੱਗਦਾ। ਰੱਬ ਨੇ ਬਣਾਇਆ ਤੈਨੂੰ ਜਦੋਂ ਤੇਰਾ ਜਾਏਗਾ, ਦੋਜ਼ਖਾਂ ਦਾ ਹੁਕਮ ਸੁਣਾਇਆ ਤੈਨੂੰ ਜਾਏਗਾ। ਪਤਾ ਲੱਗੂ ਤੈਨੂੰ ਜਦੋਂ ਲਾਂਘੂ ਲੱਗ ਲੱਗਦਾ, ਜਿਹੜੇ ਕੰਮ ਆਇਓ ਉਸੇ ਕੰਮ ਕਿਉਂ ਲੱਗਦਾ।
ਹੁਣ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਵਾਂਗੇ। ਸੱਚੇ ਜਿੰਦਾ ਪਰਮੇਸ਼ਰ, ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਤੁਸੀਂ ਇੱਕੋ ਹੀ ਪਰਮੇਸ਼ਰ ਹੈ, ਜੋ ਪ੍ਰਭੂ ਜੀ ਤੁਸੀਂ ਸਮੇਂ ਦੀ ਸਮੇਂ ਆਪ ਸਿੱਧੀ ਆਪਣੇ ਲੋਕਾਂ ਨਾਲ ਗੱਲ ਕਰਦੇ ਹਾਂ, ਔਰ ਕਹੇ ਤੁਸੀਂ ਆਪਣੇ ਵਚਨਾਂ ਦੁਆਰਾ, ਪਵਿੱਤਰ ਆਤਮਾ ਦੁਆਰਾ, ਔਰ ਪ੍ਰਭੂ ਜੀ ਸਾਨੂੰ ਯਾਦ ਦਿਲਾਉਂਦੇ ਹਾਂ ਕਿ ਸੱਚਮੁੱਚ ਤੁਸੀਂ ਸਿੰਘਾਸਨ 'ਤੇ ਬਿਰਾਜਮਾਨ ਔਰ ਸਾਰੀ ਦੁਨੀਆ ਨੂੰ ਤੁਸੀਂ ਸੰਭਾਲਣ ਵਾਲੇ ਪਰਮੇਸ਼ਰ ਹੈ। ਭਾਈ ਜੀ, ਜੋ ਵੀ ਅੱਜ ਦਾ ਦਿਨ ਹੈ ਤੁਸੀਂ ਦਿੱਤਾ ਔਰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਮੌਕਾ, ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦਾ ਸਮਾਂ ਜੋ ਹੈ ਤੁਹਾਡੀ ਮਹਿਮਾ, ਤੁਹਾਡੀ ਬਜਾਈ ਵਾਸਤੇ ਹੋਵੇ। ਔਰ ਤੁਸੀਂ ਪ੍ਰਭੂ ਜੀ ਜਾਣਦੇ ਹਾਂ ਕਿ ਜੋ ਇਨਸਾਨ ਇੱਥੇ ਅਸੀਂ ਲੋੜਵੰਦ ਹਾਂ, ਔਰ ਜੋ ਲੋੜਾਂ ਇਸ ਵੇਲੇ ਹੈਗੀਆਂ, ਖਾਸ ਕਰ ਉਹ ਲੋਕ ਜੋ ਦੁੱਖਾਂ ਦੇ ਵਿੱਚ ਦੀ ਲੰਘ ਰਹੇ ਭੱਜੀ, ਔਰ ਪ੍ਰਾਰਥਨਾ ਕਰਦੇ ਹਾਂ ਭੈਣ ਕਸ਼ਮੀਰੋ ਦੇ ਨੈਫਿਊ ਵਾਸਤੇ, ਅਰਨ ਲਈ, ਜੋ ਵੀ ਉਹਦੀ ਸਰੀਰਕ ਤੌਰ 'ਤੇ ਬਿਮਾਰੀ ਆ, ਔਰ ਖਾਸ ਕਰ ਭੱਜੀ ਸਰੀਰਕ ਸ਼ਿਫਾ ਨਹੀਂ, ਪਰ ਉਹਦੀ ਆਤਮਿਕ ਜੋ ਲੋੜ ਆ ਭੱਜੀ, ਜੋ ਮੁਕਤੀ ਪਿਆਰ ਤੈਨੂੰ ਉਹ ਜਾਣੇ। ਡੇਵਿਡ ਗਲਾਸਗੋ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਦੋਂ ਉਹ ਵਾਪਸ ਘਰ ਆਏ ਆ ਔਰ ਭੱਜੀ ਤੈਨੂੰ ਪਿਆਰ ਕਰਦੇ ਜਾਣਦੇ ਆ, ਔਰ ਫਿਰ ਦੁਬਾਰਾ ਤੁਹਾਡੇ ਵਿੱਚ ਭੱਜੀ ਜੋ ਉਹਦੇ ਦਿਲ ਦੀ ਚਾਹਨਾ ਆ ਕਿ ਪ੍ਰਭੂ ਦਾ ਵਚਨ ਲੋਕਾਂ ਤੱਕ ਪਹੁੰਚੇ, ਉਹ ਪਹੁੰਚ ਸਕੇ। ਔਰ ਭੈਣ ਗੀਤਾ ਦੀ ਮਾਂ ਦੀਆਂ ਅੱਖਾਂ ਜੋ ਇੰਤਜ਼ਾਰ ਕਰਦੀ ਆ ਕਿ ਅੱਖਾਂ ਦਾ ਜੋ ਪ੍ਰੈਸ਼ਰ ਆ ਠੀਕ ਹੋਵੇ, ਔਰ ਜੋ ਡਾਕਟਰ ਨੇ ਇਲਾਜ ਕਰਨਾ ਆ ਉਹ ਪ੍ਰਭੂ ਜੀ ਹੋ ਸਕੇ। ਵਾਇਲਟ ਲਈ ਜੋ ਪ੍ਰਭੂ ਜੀ ਕਰੋਨਾ ਵਾਇਰਸ ਦੀ ਇਸ ਵੇਲੇ ਜੋ ਹੈ ਪ੍ਰਭੂ ਜੀ, ਉਹਨੂੰ ਹੋਇਆ ਆਉਣ ਵਾਲੇ ਸਮੇਂ 'ਚ ਭਾਈ ਚੰਗੀ ਸਿਹਤ ਪਾਵੇ। ਔਰ ਭਾਈ ਤੀਰਥ, ਭਾਈ ਮਹਿੰਦਰ ਦਾ ਪਰਿਵਾਰ ਜੋ ਇਸ ਵੇਲੇ ਪ੍ਰਭੂ ਜੀ ਦੁੱਖ ਵਿੱਚ ਆ, ਜੋ ਹੋਰ ਵੀ ਉਹਨਾਂ ਦੇ ਘਰ ਵਿੱਚ ਸੁਣਿਆ ਕਿ 2 ਮੌਤਾਂ ਹੋਈਆਂ, ਪ੍ਰਭੂ ਜੀ ਤੁਸੀਂ ਉਹਨਾਂ ਨੂੰ ਵੀ ਸਵਰਗ ਤੋਂ ਪਰਿਵਾਰ ਨੂੰ ਪ੍ਰਭੂ ਜੀ ਤੁਸੀਂ ਸੰਭਾਲਣਾ, ਜੋ ਤੁਸੀਂ ਸ਼ਾਂਤੀ ਤਸੱਲੀ ਦਿੰਦੇ ਆ ਤੁਹਾਡੇ ਵਿੱਚ ਪਾਉਣ ਪ੍ਰਭੂ ਜੀ। ਔਰ ਜੋ ਕੀ ਵਰਕਰ ਆ ਮੰਡਲੀ ਦੇ ਵਿੱਚੋਂ, ਖਾਸ ਕਰ ਇਸ ਮੰਡਲੀ ਦੇ ਜੋ ਸੇਵਾ ਕਰਦੇ ਪ੍ਰਭੂ ਜੀ, ਜੋ ਕੰਮ ਕਰਦੇ ਆ ਹਸਪਤਾਲਾਂ ਦੇ ਵਿੱਚ, ਤੁਸੀਂ ਪ੍ਰਭੂ ਜੀ ਉਹਨਾਂ ਦੇ ਇਕੱਲੇ ਇਕੱਲੇ ਦੇ ਨਾਲ ਹੋਣਾ। ਜੋ ਦੁਨੀਆ ਦੀਆਂ ਸਰਕਾਰਾਂ ਆ, ਔਰ ਪ੍ਰਭੂ ਜੀ ਜੋ ਲਾਕਡਾਊਨ ਦੁਨੀਆ ਦੇ ਵਿੱਚ ਚੱਲ ਰਿਹਾ, ਔਰ ਜੋ ਖਾਸ ਕਰ ਇਹ ਦੁਨੀਆ ਨੇ ਸਿੱਖ ਲੈਣ ਕਿ ਸੱਚਮੁੱਚ ਇੱਕ ਦਿਨ ਜੋ ਲਾਕਡਾਊਨ ਆ ਜੇ ਹੋਵੇ, ਉਹ ਕਿ ਹਫ਼ਤੇ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਜੀ ਉਹ ਐਤਵਾਰ ਵਾਲਾ ਦਿਨ ਜਿਹੜਾ ਉਹ ਹੋਵੇ, ਬਾਕੀ ਜੋ ਹੈ ਦਿਨ ਉਹ ਦੁਨੀਆ ਦੇ ਖੁੱਲ੍ਹਣ। ਪਰ ਜੋ ਤੁਸੀਂ ਇਹ ਸਿਖਾਤਾ ਪ੍ਰਭੂ ਜੀ ਇਸ ਵੇਲੇ ਕਿ ਸੱਚਮੁੱਚ ਇਨਸਾਨ ਨੂੰ ਜਿਸ ਦੌੜ ਭੱਜ ਲੱਗਾ ਹੋਇਆ, ਉਹ ਤੋਂ ਆਜ਼ਾਦ ਹੋ ਕੇ ਤੁਹਾਡੀ ਇੱਕ ਦਿਨ ਐਤਵਾਰ ਵਾਲੇ ਦਿਨ ਤੁਹਾਡੀ ਉਪਾਸਨਾ, ਤੁਹਾਡੀ ਲੋਕ ਦੁਨੀਆ ਜਾਣਨ, ਔਰ ਤੁਹਾਡੇ ਹਜ਼ੂਰ ਆ ਕੇ ਭਾਜੀ ਤੁਹਾਡੀ ਉਪਾਸਨਾ ਕਰਨ। ਅੱਜ ਦਾ ਜੋ ਸਮਾਂ ਆ, ਜੋ ਤੁਹਾਡੇ ਵਚਨ ਆ, ਔਰ ਤੁਹਾਡੇ ਜੋ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਰੂਥ ਦੀ ਕਿਤਾਬ ਜੀ, ਇੱਕ ਬਹੁਤ ਸਿੱਖਣ ਵਾਲੀ, ਸੁਣਨ ਵਾਲੀ, ਔਰ ਇੱਕ ਬਹੁਤ ਸਧਾਰਨ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਆਪਣੇ ਵਚਨ ਦਿੱਤੇ ਹੋਏ ਦੁਨੀਆ ਨੂੰ, ਲੋਕਾਂ ਨੂੰ, ਔਰ ਖਾਸ ਕਰ ਆਪਣੇ ਲੋਕਾਂ ਨੂੰ ਇਹ ਤੁਸੀਂ ਦੱਸਦੇ ਆ ਕਿ ਜੋ ਯਹੂਦੀ ਲੋਕ ਨਹੀਂ ਸੀ, ਤੁਸੀਂ ਉਹਨਾਂ 'ਤੇ ਵੀ ਦਇਆ ਕੀਤੀ ਆ। ਜੋ ਸਾਡੇ ਵਰਗੀ ਮੂਰਤੀ ਪੂਜਕ ਔਰ ਜੋ ਤੁਹਾਡੇ ਲੋਕਾਂ ਤੋਂ ਬਾਹਰ ਸੀਗੇ ਮੁਆਬਣ ਰੂਥ ਸੀ, ਤੁਸੀਂ ਉੱਤੇ ਦਇਆ ਕੀਤੀ। ਤੁਹਾਡਾ ਧੰਨਵਾਦ ਕਰਦੇ ਹਾਂ ਭਾਈ ਜੱਜ ਵਾਸਤੇ। ਅੱਜ ਦਾ ਜੋ ਵਚਨ ਹੋਵੇ ਤੁਹਾਡੇ ਪਾਸਮਾਨ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ ਸਾਂਭਦੇ, ਜੋ ਵੀ ਸੁਣਨ ਵਾਲੇ ਆ ਹਰ ਇੱਕ ਨੂੰ ਤੁਸੀਂ ਪ੍ਰਭੂ ਜੀ ਬਰਕਤ ਦੇਣੀ, ਔਰ ਤੁਹਾਡੇ ਮਕਸਦ ਜੋ ਹੈ ਉਹ ਪੂਰੇ ਹੋਣੇ। ਇਹ ਮੰਗਦੇ ਹਾਂ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਇਸ ਹਫ਼ਤੇ ਦੇ ਆਉਣ ਵਾਲੇ ਦੇ ਜੋ ਐਲਾਨ ਆ ਮੀਟਿੰਗਾਂ ਦੇ, ਉਹ ਤੁਸੀਂ ਸੁਣਨਾ। ਮੰਗਲਵਾਰ ਨੂੰ ਜਿਸ ਤਰ੍ਹਾਂ ਜ਼ੂਮ 'ਤੇ ਮੀਟਿੰਗ ਹੁੰਦੀ ਆ 7 ਵਜੇ, ਜਿਹੜੇ ਭੈਣ ਭਾਈ ਪੰਜਾਬੀ ਬੋਲਦੇ ਉਹਨਾਂ ਦੇ ਵਾਸਤੇ ਖਾਸ ਹੈਗੀ ਆ। ਔਰ ਬੁੱਧਵਾਰ ਨੂੰ 7 ਵਜੇ ਮੀਟਿੰਗ ਹੁੰਦੀ ਆ ਉਹਨਾਂ ਭੈਣਾਂ ਭਾਈਆਂ ਵਾਸਤੇ ਜਿਹੜੇ ਇੰਗਲਿਸ਼ ਦੀ ਲੈਂਗੁਏਜ ਬੋਲਦੇ ਆ, ਉਹਨਾਂ ਦੇ ਵਾਸਤੇ। ਸੋ ਤੁਸੀਂ ਬੁੱਧਵਾਰ ਨੂੰ ਜੋ 7 ਵਜੇ ਇੰਗਲਿਸ਼ ਦੀ ਉਹਦੇ ਵਿੱਚ ਸ਼ਾਮਲ ਹੋਣਾ। ਸ਼ੁੱਕਰਵਾਰ ਨੂੰ ਆਉਣ ਵਾਲੇ ਜੋ ਫਰਾਈਡੇ 6 ਵਜੇ ਜ਼ੂਮ 'ਤੇ ਇਹ ਸੰਡੇ ਸਕੂਲ ਹੋਊਗਾ। ਸੋ ਤੁਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਨਾ, ਮਦਦ ਕਰਨੀ, ਤਾਂ ਕਿ ਫਰਾਈਡੇ 6 ਵਜੇ ਜੋ ਜ਼ੂਮ 'ਤੇ ਉੱਤੇ ਉਹ ਸੰਡੇ ਸਕੂਲ
ਅਟੈਂਡ ਕਰ ਸਕਣ। ਔਰ ਪ੍ਰਭੂ ਦੀ ਮਰਜ਼ੀ ਹੋਈ ਤੇ ਅਸੀਂ ਅਗਲੇ ਐਤਵਾਰ 11 ਵਜੇ ਸੁਬਾਹ ਇਸੇ ਤਰ੍ਹਾਂ ਪ੍ਰਭੂ ਦੀ ਫੇਰ ਉਪਾਸਨਾ ਵਾਸਤੇ, ਉਹਦੇ ਵਚਨ ਸੁਣਨ ਵਾਸਤੇ ਇਕੱਠੇ ਹੋਵਾਂਗੇ। ਔਰ ਆਉਣ ਵਾਲੇ ਹਫ਼ਤੇ ਜੋ ਜਿਸ ਤਰ੍ਹਾਂ ਸ਼ਾਮ ਨੂੰ ਮੀਟਿੰਗ ਇੱਥੇ ਹੁੰਦੀ ਹੈ, ਇਸੇ ਤਰ੍ਹਾਂ ਅਸੀਂ ਸੋਚ ਕੇ ਆਪਣੇ ਘਰਾਂ ਦੇ ਵਿੱਚ ਸ਼ਾਮੀ 6 ਵਜੇ ਐਤਵਾਰ ਜ਼ੂਮ 'ਤੇ ਮੀਟਿੰਗ ਕਰਾਂਗੇ। ਔਰ ਇਸ ਹਫ਼ਤੇ ਅਸੀਂ ਇਹ ਜੋ ਹੈ ਕਿ ਜੋ ਪ੍ਰਭੂ ਦਾ ਭੋਜ ਹੁੰਦਾ ਹੈ, ਕਿ ਜਿਹੜਾ ਟੇਬਲ ਆ, ਮੇਜ਼ ਆ, ਉਹਦੇ ਵਿੱਚ ਅਸੀਂ ਹਿੱਸਾ ਲਵਾਂਗੇ। ਜੋ ਰੋਟੀ ਅਸੀਂ ਜਿਸ ਤਰ੍ਹਾਂ ਗੁੱਡ ਫਰਾਈਡੇ ਵਾਲੇ ਦਿਨ ਅਸੀਂ ਕੀਤਾ ਸੀਗਾ ਟੇਬਲ, ਇਸ ਤਰ੍ਹਾਂ ਅਸੀਂ ਰੋਟੀ ਤਿਆਰ ਕਰਾਂਗੇ। ਔਰ ਜੋ ਤੁਸੀਂ ਕੋਈ ਰਾਇਬੀਨਾ ਜਾਂ ਕੋਈ ਜਿਹੜਾ ਗ੍ਰੇਪ ਫਰੂਟ ਹੁੰਦਾ ਆ, ਜੋ ਔਰੰਜ, ਜੋ ਰੈੱਡ ਕਲਰ ਦਾ, ਤੁਸੀਂ ਉਹ ਲੈ ਸਕਦੇ ਆ। ਅਤੇ ਅਸੀਂ ਰਲ ਕੇ ਇਹ ਮੇਜ਼ ਜਿਹੜਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ। ਅੱਜ ਦਾ ਜਿਹੜਾ ਪ੍ਰਭੂ ਦਾ ਵਚਨ ਆ ਉਹ ਪੜ੍ਹਿਆ ਜਾਣਾ ਆ ਰੂਥ ਦੀ ਕਿਤਾਬ, ਉਹਦਾ ਪਹਿਲਾ ਅਧਿਆਏ 6 ਤੋਂ 22 ਆਇਤ ਅਸੀਂ ਦੇਖਾਂਗੇ। ਰੂਥ ਦੀ ਕਿਤਾਬ, ਉਹਦਾ ਪਹਿਲਾ ਅਧਿਆਏ 22 ਤੋਂ 6 ਆਇਤ। ਸੌਰੀ, ਜੋ ਪਹਿਲਾ ਰੂਥ ਦਾ ਚੈਪਟਰ ਹੈ ਉਹਦਾ 6 ਤੋਂ 22 ਆਇਤ ਤੱਕ। ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੁਆਬ ਦੇਸੋਂ ਮੁੜ ਜਾਣ ਲਈ ਉੱਠੀ, ਕਿਉਂ ਜੋ ਉਹਨੇ ਮੁਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਬਈ ਯਹੋਵਾ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। ਸੋ ਉਹ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਨਿਓਮੀ ਨੇ ਆਪਣੀਆਂ ਦੋਹਾਂ ਨੂੰਹਾਂ ਨੂੰ ਆਖਿਆ, ਤੁਸੀਂ ਆਪਣੇ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ। ਜਿਹੀ ਤੁਸਾਂ ਮੇਰੇ ਮਿੱਤਰਕਾਂ ਨਾਲ ਅਤੇ ਮੇਰੇ ਨਾਲ ਦਇਆ ਕੀਤੀ ਹੈ, ਤੇਹੀ ਯਹੋਵਾ ਤੁਹਾਡੇ ਉੱਤੇ ਦਇਆ ਕਰੇ। ਯਹੋਵਾ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ। ਤਦ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹਨੂੰ ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ, ਸੱਚਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ। ਅੱਗੋਂ ਨਿਓਮੀ ਨੇ ਆਖਿਆ, ਹੇ ਮੇਰੀ ਧੀਓ, ਮੁੜ ਜਾਓ, ਮੇਰੇ ਨਾਲ ਕਾਹਨੂੰ ਤੁਰਦੀਆਂ ਹੋ? ਭਲਾ ਮੇਰੀ ਕੁੱਖ ਵਿੱਚ ਕੋਈ ਪੁੱਤਰ ਹਨ ਜੋ ਤੁਹਾਡੇ ਪਤੀ ਬਣ? ਹੇ ਮੇਰੀ ਧੀਓ, ਮੁੜ ਜਾਓ, ਤੁਰ ਜਾਓ, ਕਿਉਂ ਜੋ ਮੈਂ ਵੱਡੀ ਬੁੱਢੀ ਅਤੇ ਪਤੀ ਕਰਨ ਯੋਗ ਨਹੀਂ, ਜੋ ਮੈਂ ਕਹਾਂ ਬਈ ਮੈਨੂੰ ਆਸਾ ਹੈ ਜੋ ਅੱਜ ਦੀ ਰਾਤੀ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜਾਂਦੀ। ਸੋ ਜਦ ਤੀਕਰ ਉਹ ਵੱਡੇ ਹੁੰਦੇ ਤਦ ਤੀਕਰ ਤੁਸੀਂ ਠਹਿਰਦੀਆਂ ਅਤੇ ਉਹਨਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ, ਕਿਉਂ ਜੋ ਯਹੋਵਾ ਦਾ ਹੱਥ ਮੇਰੇ ਵਿਰੁੱਧ ਪਸਰਿਆ ਹੈ। ਤਦ ਉਹ ਫਿਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਹਦੇ ਨਾਲ ਲੱਗੀ ਰਹੀ। ਤਦ ਉਹ ਬੋਲੀ, ਵੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ, ਤੂੰ ਵੀ ਆਪਣੀ ਜਠਾਣੀ ਦੇ ਮਗਰ ਮੁੜ ਜਾ। ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ, ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ, ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾ ਮੇਰੇ ਨਾਲ ਅਜਿਹਾ ਹੀ ਕਰੇ ਜੋ ਇਹਦੇ ਨਾਲੋਂ ਵੀ ਵਧੀਕ, ਜੋ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੇਥੋਂ ਵੱਖਰੀ ਕਰੇ। ਜਦ ਉਸਨੇ ਡਿੱਠਾ ਜੋ ਉਸਦਾ ਮਨ ਉਹਦੇ ਜਾਣ ਨੂੰ ਵੱਝ ਗਿਆ ਹੈ, ਤਾਂ ਉਸਨੇ ਆਖਣੋਂ ਹਟ ਗਈ। ਸੋ ਉਹ ਦੋਵੇਂ ਤੁਰ ਪਈਆਂ ਇੱਥੋਂ ਤੋੜੀ ਜੋ ਬੈਤਲਹੇਮ ਵਿੱਚ ਆਈਆਂ। ਜਦ ਉਹ ਬੈਤਲਹੇਮ ਵਿੱਚ ਆ ਵੜੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਤੀਵੀਆਂ ਬੋਲੀਆਂ, ਕੀ ਇਹ ਨਿਓਮੀ ਹੈ? ਉਸਨੇ ਉਹਨਾਂ ਨੂੰ ਆਖਿਆ, ਮੈਨੂੰ ਨਿਓਮੀ ਨਾ ਆਖੋ, ਮੈਨੂੰ ਮਾਰਾ ਆਖੋ, ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਵੱਡੀ ਕੁੜੱਤਣ ਦਾ ਕੰਮ ਕੀਤਾ ਹੈ। ਮੈਂ ਭਰੀ ਪਲੀ ਨਿਕਲੀ ਸੀ, ਪਰ ਯਹੋਵਾ ਮੈਨੂੰ ਸਖਣੀ ਮੋੜ ਲਿਆਇਆ ਹੈ। ਫਿਰ ਤੁਸੀਂ ਮੈਨੂੰ ਨਿਓਮੀ ਕਿਉਂ ਆਖਦੀਆਂ ਹੋ? ਤੁਸੀਂ ਵੇਖਦੇ ਹੋ ਜੋ ਯਹੋਵਾ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ। ਗੱਲ ਕਾਹਦੀ? ਨਿਓਮੀ ਅਤੇ ਉਹਦੇ ਨਾਲ ਦੀ ਮੁਆਬਣ ਰੂਥ ਉਸ ਦੀ ਨੂੰਹ ਮੁਆਬ ਦੇ ਦੇਸ਼ੋਂ ਮੁੜ ਆਈਆਂ ਅਤੇ ਜਮਾਂ ਦੇ ਵਾਢੀ ਦੇ ਦਿਨਾਂ ਵਿੱਚ ਬੈਤਲਹੇਮ ਨੂੰ ਪਹੁੰਚੀਆਂ। ਆਮੀਨ। ਪ੍ਰਭੂ ਦਾ ਦਾਸ ਇਹਨਾਂ ਵਚਨਾਂ ਨੂੰ ਖੋਲ੍ਹੇ। ਇਸ ਤੋਂ ਪਹਿਲਾਂ ਅਸੀਂ ਇੱਕ ਸਾਰੇ ਰਲ ਕੇ ਗੀਤ ਗਾਵਾਂਗੇ।
I heard the voice of Jesus say, "Come unto me and rest. Lay down, thou weary one, lay down thy head upon my breast." I came to Jesus as I was, weary and worn and sad. I found him in a resting place, and he has made me glad. I heard the voice of Jesus say, "Behold, I freely give the living water. Thirsty one, stoop down and drink and live." I came to Jesus and I drank of that life-giving stream. My thirst was quenched, my soul revived, and now I live in him. I heard the voice of Jesus say, "I am this dark world's light. Look unto me, thy morn shall rise, and all thy day be bright." I looked to Jesus and I found in him my star, my sun. And in that light of life I'll walk till traveling days are done. I looked to Jesus and I found in him my star, my sun. And in that light of life I'll walk till traveling days are done. There is a word or words associated with that word that occur 11 times in the passage that we read. ਇੱਕ ਲਫ਼ਜ਼ ਆਉਂਦਾ ਆ ਕਿ ਜਿਹੜਾ 11 ਵਾਰੀ ਜਿਹੜੀਆਂ ਅਸੀਂ ਆਇਤਾਂ ਪੜ੍ਹੀਆਂ ਉਹਨਾਂ ਦੇ ਵਿੱਚ ਬਾਰ-ਬਾਰ ਆਉਂਦਾ ਆ। Do you know what that word is? ਔਰ ਇਹ ਕੀ ਤੁਸੀਂ ਧਿਆਨ ਕੀਤਾ ਕਿ ਕਿਹੜਾ ਲਫ਼ਜ਼ ਆ? We see it in verse 6 and verse 7 and verse 8. ਔਰ 6, 7, 8 ਵਿੱਚ ਅਸੀਂ ਦੇਖਦੇ ਹਾਂ। And then it's repeated throughout that passage. ਔਰ ਇਹ ਜਿਹੜੀਆਂ ਆਇਤਾਂ ਇਹਦੇ ਵਿੱਚ ਅਸੀਂ ਇਹ ਲਫ਼ਜ਼ ਬਾਰ-ਬਾਰ ਦੇਖਦੇ ਹਾਂ। Can you see it? ਕੀ ਤੁਸੀਂ ਦੇਖ ਸਕਦੇ ਆ? Have you got it? ਕੀ ਤੁਹਾਨੂੰ ਲੱਭ ਗਿਆ? Let me tell you what that word is. ਔਰ ਇਹ ਲਫ਼ਜ਼ ਜਿਹੜਾ ਇਹ ਕਿਹੜਾ ਹੈ ਤੁਹਾਨੂੰ ਦੱਸਦੇ ਹਾਂ। It is the word return. ਕਿ ਉਹ ਕਿ ਜਿਹੜਾ ਵਾਪਸ ਆਉਣਾ। Verse 6. 6ਵੀਂ ਆਇਤ। Then she arose with her daughters-in-law that she might return. ਔਰ ਉਹ ਕਿ ਜਿਹੜਾ ਕਿ ਉਹ ਆਪਣੀਆਂ ਨੋਹਾਂ ਦੇ ਨਾਲ ਉੱਠੀ ਤਾਂ ਕਿ ਉਹ ਮੁੜ ਜਾਵੇ। In verse 7 at the end of the verse it says, "And they went on their way to return to the land of Judah." ਔਰ ਫਿਰ 7ਵੀਂ ਆਇਤ ਵੀ ਦੇਖਦੇ ਹਾਂ ਕਿ ਉੱਥੇ ਵੀ ਇਹ ਲਫ਼ਜ਼ ਆਉਂਦਾ ਹੈ ਕਿ ਉਹ ਵਾਪਸ ਮੁੜ ਜਾਂਦਾ ਪੈਂਦਾ ਮੁੜ ਜਾਣਾ। In verse 8, 8ਵੀਂ ਆਇਤ। Naomi said to her two daughters-in-law, "Go return." ਔਰ ਇੱਥੇ ਕੀ ਕਹਿੰਦੇ ਨਿਓਮੀ ਕਿ ਤੁਸੀਂ ਆਪਣੇ ਜੋ ਹੈਗੇ ਆ ਉਹਨਾਂ ਵੱਲ ਮੁੜ ਜਾਓ। Verse 11, Naomi says, "Turn back." ਔਰ ਫਿਰ 11 ਆਇਤ ਦੇ ਵਿੱਚ ਵੀ ਇਹੀ ਗੱਲ ਆਉਂਦੀ ਆ ਕਿ ਤੁਸੀਂ ਮੁੜ ਜਾਓ। Verse 12, "Turn back, my daughters." ਔਰ ਫਿਰ 12 ਵਿੱਚ ਦੇਖਦੇ ਹਾਂ ਕਿ ਉਹਨੇ ਕਿਹਾ ਕਿ ਮੇਰੀ ਧੀਓ ਤੁਸੀਂ ਮੁੜ ਜਾਓ। And so it goes on. ਔਰ ਇਸੇ ਤਰ੍ਹਾਂ ਇਹ ਬਾਰ-ਬਾਰ ਗੱਲ ਆਉਂਦੀ ਆ। All the way to the last verse, verse 22. ਔਰ ਜਿਹੜੀ 22 ਆਇਤ ਤੇ ਅਖੀਰ ਤੱਕ ਇਹ ਅਸੀਂ ਦੇਖਦੇ ਹਾਂ। Where it says, "So Naomi returned, and Ruth the Moabitess, her daughter-in-law, with her, who returned from the country of Moab." ਔਰ ਕਿ ਇਹ ਕੀ ਅਸੀਂ ਇੱਥੇ ਦੇਖਦੇ ਹਾਂ ਕਿ ਉਹ ਵਾਪਸ ਮੁੜ ਆਈਆਂ ਮਤਲਬ ਕਿ ਉਹ ਉੱਥੇ ਆ ਗਈਆਂ। The word return and concepts that are associated are littered, scattered throughout this passage in Ruth chapter 1 verse 6 through to 22.
ਔਰ ਇਹ ਜਿਹੜਾ 6 ਤੋਂ 22 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਲਫ਼ਜ਼ ਆਉਂਦਾ ਆ ਕਿ ਵਾਪਸ ਮੁੜ ਆਉਣਾ, ਇਹ ਬਾਰ-ਬਾਰ ਇੱਥੇ ਇਹ ਕਈ ਥਾਂ ਤੇ ਲਿਖਿਆ ਹੋਇਆ। It's all about these three ladies reaching a definite turning point in their lives. ਔਰ ਇਹ ਜਿਹੜੀਆਂ ਤਿੰਨ ਔਰਤਾਂ ਆ, ਅਸੀਂ ਦੇਖਦੇ ਆ ਕਿ ਜ਼ਿੰਦਗੀ ਦੇ ਉਸ ਮੋੜ ਤੇ ਆ ਜਾਂਦੇ ਆ ਕਿ ਜਿੱਥੋਂ ਉਹਨਾਂ ਨੇ ਵਾਪਸ ਕਿਤੇ ਜਾਣਾ ਆ। And this turning point is absolutely crucial in their lives. ਔਰ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਇਹ ਜਿਹੜਾ ਮੋੜ ਆਉਂਦਾ ਆ, ਇਹ ਇੱਕ ਬਹੁਤ ਹੀ ਉਹਨਾਂ ਦੇ ਇੱਕ ਮਾਇਨਾ ਰਖਾਉਂਦਾ ਆ। Not only their lives, ਸਿਰਫ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੀ ਨਹੀਂ, but in the life of the nation of Israel. ਔਰ ਜਿਹੜੀ ਇਜ਼ਰਾਈਲ ਕੌਮ ਆ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਇਹ ਮੋੜ Not only in the life of Israel, but also in the coming of the Lord Jesus Christ. ਔਰ ਸਿਰਫ ਉਹਨਾਂ ਦੀ ਜ਼ਿੰਦਗੀਆਂ ਵਿੱਚ ਨਹੀਂ, ਪਰ ਪ੍ਰਭੂ ਯਿਸੂ ਮਸੀਹ ਦੀ ਜੋ ਆਉਣ ਦਾ ਹੈ ਉਹਦੇ ਵਿੱਚ ਵੀ ਜੋ ਮੋੜ ਆਉਂਦਾ ਹੈ। And also in the lives of everybody in the world and in your life and in my life as ਔਰ well. ਹੁਣ ਜਿਹੜਾ ਆ ਕਿ ਜੋ ਤੁਹਾਡੀਆਂ ਜ਼ਿੰਦਗੀਆਂ ਔਰ ਜਿਹੜੀ ਮੇਰੀ ਜ਼ਿੰਦਗੀ ਆ, ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਮੋੜ ਆਉਂਦਾ ਆ। What we said last week ਪਿਛਲੇ ਹਫਤੇ ਕੀ ਆਖਿਆ ਸੀ is that here in the book of Ruth, ਕਿ ਇਹ ਜਿਹੜੀ ਰੂਥ ਦੀ ਕਿਤਾਬ ਆ, what we see is that God is a God of providence. ਉੱਥੇ ਕੀ ਦੇਖਿਆ ਸੀਗਾ ਕਿ ਜਿਹੜਾ ਪਰਮੇਸ਼ਰ ਆ ਉਹ ਇੰਤਜ਼ਾਮ ਕਰਨ ਵਾਲਾ ਪਰਮੇਸ਼ਰ ਆ। That God is not detached from this world, ਔਰ ਇਹ ਨਹੀਂ ਕਿ ਜਿਹੜਾ ਪਰਮੇਸ਼ਰ ਆ ਇਸ ਦੁਨੀਆ ਤੋਂ ਕਿਤੇ ਅਲੱਗ ਹੋ ਕੇ ਦੂਰ but ਬੈਠਾ ਆ, He's intimately involved, often behind the scenes. ਪਰ ਜੋ ਕੁਝ ਸਾਨੂੰ ਦਿਖਾਈ ਨਹੀਂ ਦਿੰਦਾ, ਪਰਮੇਸ਼ਰ ਸਭ ਕਾਸੇ ਦੇ ਵਿੱਚ ਸ਼ਾਮਲ ਆ। And He controls all things to bring His purposes to pass. ਔਰ ਸਾਰਾ ਕੁਝ ਪ੍ਰਭੂ ਸੰਭਾਲਦਾ ਆ ਤਾਂ ਕਿ ਜਿਹੜੇ ਉਹਦੇ ਮਕਸਦ ਆ, ਜਿਹੜੇ ਉਹ ਇਰਾਦੇ ਆ, ਉਹ ਪੂਰੇ ਹੋਣ। And these things are true in the world we live in today. ਔਰ ਅੱਜ ਇਹ ਦੁਨੀਆ ਵਿੱਚ ਅਸੀਂ ਦੇਖਦੇ ਆ ਕਿ ਇਹ ਸੱਚ ਆ And in every person's life, ਕਿ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ there will come a turning point ਕਿ ਇੱਕ ਸਮਾਂ ਆਉਂਦਾ ਆ ਕਿ ਜਦੋਂ ਉਹਨਾਂ ਨੇ ਕਿਸੇ ਮੋੜ ਮੁੜਨਾ ਆ, which will affect your life forever and ever in reference to God. ਔਰ ਉਹ ਕਿ ਜਿਹੜਾ ਪਰਮੇਸ਼ਰ ਦੇ ਸਾਹਮਣੇ ਜਿਹੜਾ ਜਿਹਦੀ ਜ਼ਿੰਦਗੀ ਆ, ਉਹ ਹਮੇਸ਼ਾ ਦੇ ਮੇਸੇ ਦੇ ਵਾਸਤੇ ਤਬਦੀਲੀ ਆ ਜਾਂਦੀ ਆ। If you are a Christian, ਜੇ ਤੁਸੀਂ ਅੱਜ ਪ੍ਰਭੂ ਦੇ ਵਿੱਚ ਆ, you may have heard of someone called Ravi Zacharias. ਔਰ ਕਈ ਵਾਰ ਤੁਸੀਂ ਸੁਣਿਆ ਹੋਣਾ ਰਵੀ ਜ਼ਕਰਿਆ ਨੂੰ, ਉਹਦਾ ਜ਼ਿਕਰ ਹੁੰਦਾ ਆ। He is a Christian apologist. In other words, he defends the Christian faith. ਉਹ ਜਿਹੜਾ ਕਿ ਜਿਹੜੀ ਕਈ ਵਾਰੀ ਜਦੋਂ ਗੱਲਬਾਤ ਹੁੰਦੀ ਆ ਤੇ ਉਹ ਜਿਹੜਾ ਪ੍ਰਭੂ ਦਾ ਜਿਹੜਾ ਵਿਸ਼ਵਾਸ ਦਿੱਤਾ ਉਹਦੀ ਉਹ ਕਰਦਾ And ਬਹਿਸ। he travels all over the world speaking at universities and amongst intellectuals often. ਔਰ ਕਈ ਵਾਰੀ ਉਹ ਜਿਹੜੇ ਯੂਨੀਵਰਸਿਟੀ ਜਾਂ ਹੋਰ ਕਿਤੇ ਜਦੋਂ ਇਕੱਠੇ ਹੁੰਦੇ ਆ, ਉੱਥੇ ਫਿਰ ਜਿਹੜੀ ਗੱਲਬਾਤ ਹੁੰਦੀ ਆ। I just heard this week that he has an aggressive cancer and the doctors have basically said there's nothing else they can do for him. ਔਰ ਇਸ ਹਫਤੇ ਦੁੱਖ ਦੀ ਖਬਰ ਸੁਣੀ ਕਿ ਉਹਨੂੰ ਜੋ ਕੈਂਸਰ ਦੀ ਬਿਮਾਰੀ ਆ, ਔਰ ਜਿਹੜੇ ਡਾਕਟਰ ਆ ਉਹਦੇ ਬਾਰੇ ਕੁਝ ਜ਼ਿਆਦਾ ਨਹੀਂ ਕਰ ਸਕਦੇ। He's aged 74 and it doesn't look as if he'll pull through. ਔਰ ਉਹਦੀ ਜਿਹੜੀ ਉਮਰ ਇਸ ਵੇਲੇ 74 ਸਾਲ ਦੀ ਆ, ਔਰ ਲੱਗਦਾ ਨਹੀਂ ਕਿ ਸ਼ਾਇਦ ਉਹ ਅੱਗੇ ਉਹਦੀ ਜ਼ਿੰਦਗੀ ਹੋਰ ਵਧੂਗੀ। Ravi Zacharias was born in Madras in India ਰਵੀ ਜ਼ਕਰਿਆ ਜਿਹੜਾ ਉਹਦਾ ਮਦਰਾਸ ਦੇ ਵਿੱਚ ਇੰਡੀਆ ਦੇ ਵਿੱਚ ਜਨਮ ਹੋਇਆ। to probably a nominal Christian family, although I don't know too much about the family. ਉਹਦੇ ਬਾਰੇ ਬਹੁਤ ਜ਼ਿਆਦਾ ਕੁਝ ਨਹੀਂ ਪਤਾ, ਪਰ ਹੋ ਸਕਦਾ ਕਿ ਇੱਕ ਜੋ ਨਾਂ ਦਾ ਘਰਾਣਾ ਹੁੰਦਾ ਮਸੀਹੀ, ਉਹਦੇ ਵਿੱਚ ਪੈਦਾ ਹੋਇਆ And he ਹੋਵੇ। says that he was a great disappointment to his family, especially to his dad. ਔਰ ਉਹ ਦੱਸਦਾ ਹੈ ਕਿ ਉਹ ਬਹੁਤ ਦਾਸੀ ਦਾ ਸਮਾਂ ਲੈ ਕੇ ਆਇਆ, ਖਾਸ ਕਰ ਉਹਦੇ ਪਰਿਵਾਰ ਦੇ ਵਿੱਚ ਉਹਦਾ ਜਿਹੜਾ ਪੇ ਦੇ ਵਾਸਤੇ। And his father had an uncontrollable temper and he would beat Ravi. ਔਰ ਜਿਹੜਾ ਉਹਦਾ ਪਿਤਾ ਸੀਗਾ ਉਹ ਬਹੁਤ ਗੁੱਸੇ ਵਿੱਚ ਆਉਣ ਵਾਲਾ ਸੀਗਾ, ਔਰ ਕਈ ਵਾਰੀ ਉਹ ਰਵੀ ਨੂੰ ਕੁੱਟਦਾ ਮਾਰਦਾ ਸੀ। Because he felt that Ravi let the family down. ਔਰ ਕਿਉਂਕਿ ਜਿਹੜਾ ਰਵੀ ਸੀਗਾ ਉਹਨੇ ਪਰਿਵਾਰ ਦਾ ਨਾਂ ਜਿਹੜਾ ਸੀਗਾ ਉਹ ਥੱਲੇ ਕਰ ਦਿੱਤਾ, ਇਸ ਕਰਕੇ ਉਹਨੂੰ ਬਹੁਤ ਗੁੱਸਾ ਆਉਂਦਾ ਸੀ। Ravi says that he was an atheist. He didn't have much interest in the things of God, even though the family were sort of Christian-minded, although probably not proper Christians. ਔਰ ਰਵੀ ਕਹਿੰਦਾ ਸੀਗਾ ਮੈਨੂੰ ਕੋਈ ਦਿਲਚਸਪੀ ਨਹੀਂ ਸੀਗੀ ਕਿ ਪਰਮੇਸ਼ਰ ਹੈ ਜਾਂ ਨਹੀਂ ਹੈ, ਉਹਦਾ ਵਿਸ਼ਵਾਸ ਨਹੀਂ ਸੀ ਕਰਦਾ, ਕਿਉਂਕਿ ਉਹਦਾ ਨਾਂ ਦਾ ਘਰਾਣਾ ਸੀਗਾ, ਇਸ ਕਰਕੇ ਕੁਛ ਉਹ ਵਿਸ਼ਵਾਸ ਕਰਦੇ ਸੀ। They probably just went through the motions of Christianity. ਔਰ ਹੋ ਸਕਦਾ ਕਿ ਜੋ ਮਸੀਹੀ ਜਿਹੜੇ ਨਾਂ ਦੇ ਹੁੰਦੇ ਆ ਉਹਨਾਂ ਦੇ ਵਿੱਚ ਜੋ ਗੱਲਬਾਤ ਆਮ ਚੱਲਦੀ ਆ ਉਸ ਤਰ੍ਹਾਂ ਹੋਇਆ ਹੋਵੇ। And he felt he'd let the family down, ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਰਵੀ ਨੇ ਉਹਨੇ ਪਰਿਵਾਰ ਨੂੰ ਨੀਵਾਂ ਕਰ ਦਿੱਤਾ, especially his dad, ਔਰ ਖਾਸ ਕਰਕੇ ਉਹਦੇ ਪਿਤਾ ਨੂੰ। and he decided to end it all, to Or- take his own life. ਔਰ ਉਹਨੇ ਕਿਹਾ ਕਿ ਸ਼ਾਇਦ ਮੈਂ
ਹੁਣ ਅੱਛਾ ਹੈਗਾ ਕਿ ਜਿਹੜੀ ਮੇਰੀ ਜ਼ਿੰਦਗੀ ਆਪਣੀ ਮੈਨੂੰ ਖਤਮ ਕਰ ਲਵਾਂ। This was when he was 17 years old. ਔਰ ਇਹ ਸੀਗਾ ਜਦੋਂ ਉਹ 17 ਸਾਲ ਦੀ ਉਮਰ ਦਾ ਸੀਗਾ। So he took some poison, ਔਰ ਉਹਨੇ ਜ਼ਹਿਰ ਲਈ he took it into the bathroom, ਔਰ ਉਹ ਬਾਥਰੂਮ ਦੇ ਵਿੱਚ ਗਿਆ, locked the door, ਉਹਨੇ ਦਰਵਾਜ਼ਾ ਬੰਦ ਕੀਤਾ, and then he drank it. ਪੀ ਲਈ। And just before he was about to pass out, ਔਰ ਜਦੋਂ ਉਹ ਤਕਰੀਬਨ ਜਾਣ ਵਾਲਾ ਹੀ ਸੀ, he managed to scream out for help, and the servant broke the door down and managed to get him into the hospital. ਔਰ ਜਦੋਂ ਉਹ ਅਖੀਰ ਤੱਕ ਪਹੁੰਚਣ ਵਾਲਾ ਸੀਗਾ ਤੇ ਉਹਨੇ ਫਿਰ ਚੀਕ ਮਾਰੀ ਔਰ ਜਿਹੜਾ ਦਰਵਾਜ਼ਾ ਸੀ ਤੋੜ ਕੇ ਉਹਨੂੰ ਉਹਦੀ ਹੈਲਪ ਕੀਤੀ, ਉਹਨੂੰ ਹਸਪਤਾਲ ਲੈ ਗਏ। There in hospital his condition was critical. ਔਰ ਹਸਪਤਾਲ ਦੇ ਵਿੱਚ ਉਹਦੀ ਜਿਹੜੀ ਹਾਲਤ ਸੀਗੀ ਉਹ ਬੜੀ ਨਾਜ਼ੁਕ ਸੀ। Then a Christian came to see him ਔਰ ਜਿਹੜੇ ਮਸੀਹੀ ਲੋਕ ਉਹਨੂੰ ਦੇਖਣ ਆਏ and gave him a Bible ਔਰ ਉਹਨੂੰ ਜੋ ਪ੍ਰਭੂ ਦਾ ਵਚਨ ਬਾਈਬਲ ਦਿੱਤਾ and told him to read John 14 and verse 19. ਔਰ ਉੱਥੇ ਉਹਨਾਂ ਨੇ ਕਿਹਾ ਕਿ ਤੂੰ ਯਹੋਨਾ 14:19 ਦੀ ਆਇਤ Where ਪੜ੍ਹੀ। Jesus says, because I live, you will live also. ਔਰ ਉੱਥੇ ਜੋ ਲਿਖਿਆ ਸੀਗਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਜਿਉਂਦਾ ਆ, ਇਸ ਕਰਕੇ ਤੂੰ ਵੀ ਜਿੰਦਾ ਰਹੇਂਗਾ। That was it. ਔਰ ਇਹ ਸੀਗੀ ਗੱਲ। That was the turning point for Ravi. ਔਰ ਰਵੀ ਦੇ ਵਾਸਤੇ ਇਹ ਇੱਕ ਮੋੜ ਸੀਗਾ ਜ਼ਿੰਦਗੀ ਦੇ ਵਿੱਚ, ਇਸ ਮੋੜ ਨੂੰ ਮੁੜਨ ਦਾ। In this crisis, in his attempt to take his own life, ਔਰ ਉਹ ਸਮਾਂ ਕਿ ਜਦੋਂ ਉਹ ਤਿਆਰ ਸੀਗਾ ਕਿ ਮੇਰੇ ਜਿਹੜਾ ਜੀਵਨ ਆ, ਜ਼ਿੰਦਗੀ ਆ, ਉਹ ਖਤਮ ਹੀ ਹੋ ਜਾਵੇ, ਠੀਕ ਆ। now that he was in hospital, he came to a crossroad. He came to a turning point. ਔਰ ਹੁਣ ਇਸ ਵੇਲੇ ਜਦੋਂ ਹਸਪਤਾਲ ਦੇ ਵਿੱਚ ਆ, ਉਹ ਇੱਕ ਸੜਕ ਤੇ ਖੜਾ ਆ, ਇੱਕ ਚੁਰਾਹੇ ਤੇ ਖੜਾ, ਜਦੋਂ ਉਹਨੇ ਦੇਖਣਾ ਮੈਂ ਕਿਹੜੇ ਪਾਸੇ Where ਜਾਣਾ। he had to make a choice. ਔਰ ਹੁਣ ਇਸ ਵੇਲੇ ਉਹਨੂੰ ਇੱਕ ਫੈਸਲਾ ਕਰਨਾ ਜ਼ਿੰਦਗੀ ਦੇ ਵਿੱਚ ਮੈਂ ਕਿੱਧਰ ਨੂੰ ਮੁੜਨਾ ਹੈ। And he turned to Christ. ਕਿ ਜਦੋਂ ਕਿ ਹੁਣ ਮੈਂ ਇਸ ਵੇਲੇ ਮਸੀਹ ਵੱਲ ਮੁੜਾਂ। And it completely changed his life. ਔਰ ਉੱਥੇ ਕੀ ਹੋਇਆ ਕਿ ਜਦੋਂ ਉਹਨੇ ਫੈਸਲਾ ਕੀਤਾ, ਉਹਦੀ ਜ਼ਿੰਦਗੀ ਬਿਲਕੁਲ ਤਬਦੀਲ ਹੋ ਗਈ। So that when he came out of hospital, ਕਿ ਜਦੋਂ ਉਹ ਹਸਪਤਾਲ ਤੋਂ ਬਾਹਰ ਵਾਪਸ ਆਇਆ, he was a transformed man. His father didn't recognize him. No one recognized him. They thought, what's happened to him? ਔਰ ਕੋਈ ਵੀ ਉਹਨੂੰ ਉਹਦੇ ਘਰ ਦੇ, ਉਹਦੇ ਪਿਤਾ ਜਾਂ ਉਹਦੇ ਲੋਕੀ ਉਹਨੂੰ ਪਛਾਣਨੇ ਤੋਂ ਹੀ ਕਹਿੰਦੇ ਕਿ ਇਹ ਤਾਂ ਬੰਦਾ ਹੀ ਨਵਾਂ, ਹੋਰ ਕੋਈ ਫਰਕ ਬਣ ਗਿਆ। He began to work hard at his studies. ਔਰ ਜਿਹੜੀ ਉਹਦੀ ਪੜ੍ਹਾਈ ਸੀਗੀ ਉਹਦੇ ਵਿੱਚ ਉਹਨੇ ਬਹੁਤ ਮਿਹਨਤ ਕਰਨੀ ਸ਼ੁਰੂ ਕਰ He ਦਿੱਤੀ। became one of the top students. ਔਰ ਉਹ ਬਹੁਤ ਜੋ ਸਭ ਤੋਂ ਆਲਾ ਜਿਹੜਾ ਵਿਦਿਆਰਥੀ ਬਣ ਗਿਆ। And he realized that his life was not useless when he lived for Christ. ਔਰ ਫਿਰ ਉਹਨੇ ਇਸ ਗੱਲ ਦੀ ਪਛਾਣ ਕੀਤੀ ਕਿ ਸੱਚਮੁੱਚ ਜਿਹੜਾ ਮੇਰਾ ਜੀਵਨ ਆ ਹੁਣ ਮਸੀਹ ਦੇ ਵਿੱਚ ਐਵੇਂ ਫਜ਼ੂਲ ਨਹੀਂ। There was a turning point in his life. ਔਰ ਉਹਦੀ ਜ਼ਿੰਦਗੀ ਦੇ ਵਿੱਚ ਇਹ ਸਮਾਂ ਸੀਗਾ ਕਿ ਉਹ ਮੋੜ ਤੇ ਮੁੜਿਆ। Are you at a turning point? ਕੀ ਤੁਸੀਂ ਇਸ ਵੇਲੇ ਕਿਸੇ ਮੋੜ ਤੇ ਖੜੇ ਆ? Are you thinking of life? That Or- it's a vapor that's here today and gone tomorrow? ਔਰ ਕੀ ਤੁਸੀਂ ਇਹ ਗੱਲ ਤੇ ਵਿਚਾਰ ਕਰਦੇ ਆ ਕਿ ਜ਼ਿੰਦਗੀ ਜਿਹੜੀ ਆ ਇੱਕ ਭਾਫ ਵਾਂਗੂ ਆ, ਅੱਜ ਇੱਥੇ ਹੈ, ਕੱਲ ਨੂੰ ਨਹੀਂ ਹੋਣੀ? Is that a turning point for you? ਇਹ ਕੀ ਤੁਹਾਡੀ ਜ਼ਿੰਦਗੀ ਦਾ ਮੋੜ ਕੋਈ ਹੈ? Have you lost someone? ਕੀ ਤੁਸੀਂ ਕਿਸੇ ਨੂੰ ਖੋ ਬੈਠੇ ਆ? Is that a turning point for you? ਕਿ ਅੱਜ ਇਹ ਤੁਹਾਡੀ ਜ਼ਿੰਦਗੀ ਦਾ ਮੋੜ ਆ? Do you know someone who's got COVID-19 and you need to pray for them? Is this a turning point for you? ਕੀ ਤੁਸੀਂ ਕਿਸੇ ਨੂੰ ਜਾਣਦੇ ਆ ਕਿ ਇਸ ਵੇਲੇ ਜੋ ਕੋਵਿਡ-19 ਜਿਹੜੀ ਵਾਇਰਸ ਆ ਉਹ ਲੱਗੀ ਹੋਈ, ਤੁਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆ? Have you lost your job? ਕੀ ਤੁਸੀਂ ਆਪਣੀ ਜਿਹੜੀ ਨੌਕਰੀ ਖੋ ਬੈਠੇ ਆ? Is that a turning point for you? ਕਿ ਅੱਜ ਇਹ ਤੁਹਾਡੀ ਜ਼ਿੰਦਗੀ ਦਾ ਮੋੜ ਆ? Are you being exposed to danger ਕੀ ਤੁਸੀਂ ਕਿਸੇ ਖਤਰੇ ਦੇ ਵਿੱਚ ਪਏ ਹੋਏ ਆ because you have to go back to work? ਕਿਉਂਕਿ ਤੁਸੀਂ ਇਸ ਵੇਲੇ ਵਾਪਸ ਕੰਮ ਤੇ ਵੀ ਜਾਣਾ ਆ? Is this a turning point for you? ਕਿ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਮੋੜ ਆ? Is it that point of crisis in your life ਕਿ ਇਹ ਤੁਹਾਡੀ ਜ਼ਿੰਦਗੀ ਵਿੱਚ ਹੈ ਕਿ ਬੜੀਆਂ ਮੁਸ਼ਕਲਾਂ ਆ where you have to make a choice? ਔਰ ਜਿੱਥੇ ਕਿ ਤੁਹਾਨੂੰ ਫੈਸਲਾ ਕਰਨ ਦੀ ਲੋੜ ਆ? Or are things just as they were, ਜਾਂ ਫਿਰ ਜਿੱਦਾਂ ਪਹਿਲਾਂ ਜ਼ਿੰਦਗੀ ਚੱਲਦੀ ਸੀ ਉਸੇ ਤਰ੍ਹਾਂ ਹੀ ਆ, but you're thinking deeply about things? ਪਰ ਤੁਸੀਂ ਇਸ ਵੇਲੇ ਸੋਚ ਰਹੇ ਆ, ਫਿਰ ਵੀ ਡੂੰਘੀਆਂ ਸੋਚਾਂ ਸੋਚ ਰਹੇ ਆ, And it's a turning point in your life. ਔਰ ਇਸ ਵੇਲੇ ਹੁਣ ਜਿਹੜਾ ਕੋਈ ਉਹ ਜਿਹੜਾ ਸਮਾਂ ਹੋਵੇ, ਇੱਕ ਮੋੜ ਤੇ ਤੁਸੀਂ ਖੜੇ ਆ। Like these three ladies in this passage. ਕਿ ਜਿਹੜੀਆਂ ਇਹ ਤਿੰਨ ਔਰਤਾਂ ਅਸੀਂ ਦੇਖਦੇ ਆ ਇਹਨਾਂ ਐਤਾਂ ਦੇ ਵਿੱਚ, They came to a turning point. ਔਰ ਉਹਨਾਂ ਦੇ ਵਾਸਤੇ ਇੱਕ ਸਮਾਂ ਸੀਗਾ, ਇੱਕ ਮੋੜ ਸੀਗਾ। ਉਹ ਕਿਹੜੇ ਮੋੜ ਮੁੜਨਾ ਉਹਨਾਂ ਨੇ? So let's look at this. ਔਰ ਆਓ ਅਸੀਂ ਇਹਨਾਂ ਤੇ ਧਿਆਨ ਦੇਈਏ। Firstly, ਪਹਿਲੀ ਗੱਲ, Naomi's turning point of restoration. ਔਰ ਨਿਓਮੀ ਦਾ ਜਿਹੜਾ ਕਿਹੜਾ ਸੀਗਾ ਮੋੜ, ਕਿ ਉਹ
ਵਾਪਸ ਮੇਲ ਮਿਲਾਪ ਚ ਵਿੱਚ ਹੋ Now, ਗਏ। last week we started looking at the book of Ruth. ਔਰ ਪਿਛਲੇ ਹਫਤੇ ਅਸੀਂ ਸ਼ੁਰੂ ਕੀਤਾ ਸੀਗਾ ਰੂਥ ਦੀ ਕਿਤਾਬ ਤੇ ਧਿਆਨ We ਦੇਣਾ। said that it was set in the time of Judges when everybody was doing what was right in their own eyes. ਔਰ ਦੇਖਿਆ ਸੀਗਾ ਕਿ ਇਹ ਸਮਾਂ ਸੀਗਾ ਕਿ ਜਦੋਂ ਨਿਆਂਇਆਂ ਦੇ ਸਮਾਂ ਦੇ ਵਿੱਚ ਲੋਕ ਉਹ ਕੁਝ ਕਰ ਰਹੇ ਸੀ ਜੋ ਉਹਨਾਂ ਨੂੰ ਚੰਗਾ ਲੱਗਦਾ ਸੀ। As a result, there was a famine in the land. ਔਰ ਕੀ ਹੋਇਆ ਕਿ ਨਤੀਜਾ ਉੱਥੇ ਕਾਲ ਪੈ ਗਿਆ। And we saw how a man called Elimelech, he left Bethlehem, the house of bread. ਔਰ ਦੇਖਿਆ ਸੀਗਾ ਕਿ ਅਲੀ ਮਲਕ ਜੋ ਜਿਹੜਾ ਬੈਤਲਹਿਮ ਜਿਹਨੂੰ ਕਿਹਾ ਕਿ ਰੋਟੀ ਦਾ ਘਰ ਆ ਉੱਥੋਂ ਉਹ ਜਾਂਦਾ ਆ And he goes to Moab, ਔਰ ਉਹ ਮੋਆਬ ਨੂੰ ਜਾਂਦਾ ਆ a place of idolatry. ਔਰ ਉੱਥੇ ਕਿ ਜਿੱਥੇ ਜਿਹੜੀ ਮੂਰਤੀ ਪੂਜਕ ਹੁੰਦੀ ਆ He doesn't trust God to provide for him in the famine. ਔਰ ਉਹ ਕਾਲ ਦੇ ਸਮੇਂ ਦੇ ਵਿੱਚ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦਾ ਕਿ ਪਰਮੇਸ਼ਰ ਮੇਰਾ ਇੰਤਜ਼ਾਮ ਕਰੂਗਾ। And then we saw how there is tragedy after tragedy. ਔਰ ਉੱਥੇ ਕੀ ਅਸੀਂ ਦੇਖਿਆ ਸੀਗਾ ਕਿ ਬਾਰ-ਬਾਰ ਉੱਥੇ ਹਾਦਸਾ ਜੋ ਬਾਰ-ਬਾਰ ਦੁੱਖ ਕੋਈ ਮੁਸੀਬਤ ਮੌਤ ਉੱਥੇ ਆਈ Elimelech dies. ਔਰ ਜਿਹੜਾ ਅਲੀ ਮਲਕ ਮਰ ਜਾਂਦਾ ਆ His 2 sons marry Moabitess women. ਔਰ ਉਹਦੇ ਜਿਹੜੇ 2 ਲੜਕੇ ਸੀਗੇ ਉਹਨਾਂ ਨੇ ਮੁਆਬਨ ਔਰਤਾਂ ਦੇ ਨਾਲ ਸ਼ਾਦੀ ਕੀਤੀ Orpah and Ruth, ਔਰ ਜਿਹੜੀ ਆਰਪਾ ਤੇ ਰੂਥ ਸੀ which goes against God's word. ਕਿ ਜਿਹੜਾ ਪਰਮੇਸ਼ਰ ਦੇ ਬਚਨਾਂ ਦੇ ਖਿਲਾਫ ਗੱਲ ਆ They were idol worshippers. ਕਿਉਂਕਿ ਉਹ ਜਿਹੜੇ ਉਹ ਮੂਰਤੀਆਂ ਪੂਜਕ ਲੋਕ And ਸੀਗੇ। sadly, the 2 sons also die. ਪਰ ਦੁੱਖ ਦੀ ਗੱਲ ਕਿ ਜਿਹੜੇ ਉਹਦੇ 2 ਲੜਕੇ ਸੀਗੇ ਉਹ ਵੀ ਮਰ ਗਏ। There's tragedy here. ਔਰ ਇੱਥੇ ਵੀ ਇਹ ਦੇਖਦੇ ਹਾਂ ਕਿ ਇੱਕ ਦੁੱਖ ਦਾ ਸਮਾਂ There was one famine in the land, ਇੱਕ ਸੀਗਾ ਉਹ ਦੁਨੀਆ ਦੇ ਵਿੱਚ ਕਾਲ ਪਿਆ ਹੋਇਆ but because of their disobedience, ਕਿਉਂਕਿ ਉਹਨਾਂ ਦੀ ਅਣਆਗਿਆਕਾਰੀ ਦੇ ਕਰਕੇ there are now 3 funerals. ਔਰ ਹੁਣ ਇਸ ਵੇਲੇ 3 ਉੱਥੇ ਜਨਾਜ਼ੇ ਵੀ ਦੇਖਣ ਨੂੰ ਮਿਲਦੇ ਆ। Elimelech left the house of bread ਜਿਹੜਾ ਅਲੀ ਮਲਕ ਸੀ ਉਹ ਜਿਹੜਾ ਰੋਟੀ ਦਾ ਘਰ ਸੀ ਉਹਨੂੰ ਛੱਡ to ਗਿਆ look for bread in Moab, ਔਰ ਉਹ ਰੋਟੀ ਕਿੱਥੇ ਭਾਲਦਾ ਜਿੱਥੇ ਮੁਆਬ ਦੇ and ਵਿੱਚ he ends up with 3 graves. We end up with 3 graves. ਔਰ ਉੱਥੇ ਅਸੀਂ ਕੀ ਦੇਖਦੇ ਹਾਂ ਕਿ ਜਿਹੜੀਆਂ ਉੱਥੇ 3 ਕਬਰਾਂ ਉਹਨਾਂ ਦੇ ਵਾਸਤੇ ਬਣ ਗਈਆਂ And now these 3 widows are left. ਔਰ ਹੁਣ ਇਸ ਵੇਲੇ ਕੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਇਹ 3 ਵਿਧਵਾਂ ਹੈਗੀਆਂ ਇਕੱਠੀਆਂ ਹੋਈਆਂ Naomi and her 2 daughters-in-law, that is Orpah and Ruth. ਕਿ ਨਿਓਮੀ ਤੇ ਉਹਦੇ ਜਿਹੜੇ 2 ਨੂੰਹਾਂ ਆ ਆਰਪਾ ਤੇ ਰੂਥ। This is indeed tragic. ਔਰ ਇਹ ਕੀ ਦੇਖਦੇ ਹਾਂ ਕਿ ਇੱਕ ਬਹੁਤ ਦੁੱਖ ਦਾ ਸਮਾਂ ਭਿਆਨਕ ਸਮਾਂ ਹੈ। Look at what Naomi says. ਔਰ ਦੇਖੋ ਕਿ ਨਿਓਮੀ ਕੀ ਕਹਿੰਦੀ ਆ When she gets back to Bethlehem, ਜਦੋਂ ਉਹ ਵਾਪਸ ਬੈਥਲੇਮ ਦੇ ਵਿੱਚ ਆਉਂਦੀ ਆ we are told ਔਰ ਇੱਥੇ ਸਾਨੂੰ ਦੱਸਿਆ ਗਿਆ that the whole of Bethlehem was excited ਕਿ ਜਿਹੜੇ ਬੈਥਲੇਮ ਦੇ ਲੋਕ ਸੀਗੇ ਉਹ ਬਹੁਤ ਉਹਨੂੰ ਦੇਖ ਕੇ ਜੋਸ਼ ਵਿੱਚ ਆਏ because Ruth had come back. ਕਿਉਂਕਿ ਜੋ ਰੂਥ ਵਾਪਸ ਆਈ And they say, is this Naomi? ਤਾਂ ਉਹਨਾਂ ਨੇ ਕਿਹਾ ਕਿ ਕੀ ਇਹ ਨਿਓਮੀ ਆ। Naomi means pleasant. ਔਰ ਜਿਹੜਾ ਨਿਓਮੀ ਨਾਂ ਦਾ ਮਤਲਬ ਆ ਕਿ ਇੱਕ ਅੱਛਾ ਮਿਜਾਜ। She says to them in verse 20, do not call me Naomi, call me Mara. ਔਰ ਉਹ ਫਿਰ ਵੀ ਅੱਜ ਕੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਨਿਓਮੀ ਨਾ ਆਖੋ ਤੁਸੀਂ ਮੈਨੂੰ ਮਾਰਾ ਆਖੋ। Mara means bitter. ਔਰ ਮਾਰਾ ਦਾ ਕੀ ਮਤਲਬ ਕਿ ਜਿਹੜੀ ਕੜਤਣ। Why? Why should they call her Mara? ਔਰ ਕਿਉਂ ਉਹਨੂੰ ਕਹਿਣ ਕਿ ਮਾਰਾ ਉਹਨੂੰ ਕਿਉਂ ਕਹਿਣ। She goes on to say in verse 20, ਔਰ ਵੀ ਅੱਜ ਕੀ ਦੇਖਦੇ ਹਾਂ for the Almighty has dealt very bitterly with me. ਔਰ ਉਹਨੇ ਕੀ ਕਿਹਾ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਨੇ ਮੇਰੇ ਨਾਲ ਕੜਤਣ ਦਾ ਕੰਮ ਕੀਤਾ। The Lord had dealt with her. ਔਰ ਪਰਮੇਸ਼ਰ ਨੇ ਉਹਦੇ ਨਾਲ ਨਿਬੇੜਾ She ਕੀਤਾ। goes on to say in verse 21, ਔਰ 21 ਅੱਜ ਕਹਿੰਦੀ ਆ I went out full and the Lord has brought me home again empty. Why do you call me Naomi, since the Lord has testified against me and the Almighty has afflicted ਔਰ me? 21 ਚ ਉਹਨੇ ਕੀ ਕਿਹਾ ਕਿ ਮੈਂ ਇੱਥੋਂ ਭਰੀ ਪਲੀ ਨਿਕਲੀ ਸੀ ਪਰ ਯਹੋਵਾ ਮੈਨੂੰ ਸਖਣੀ ਮੋੜ ਲਿਆਇਆ। ਫਿਰ ਤੁਸੀਂ ਮੈਨੂੰ ਨਿਯਮੀ ਕਿਉਂ ਆਖਦੀਆਂ ਹੋ। She said, I went out full. ਔਰ ਉਹਨੇ ਕਿਹਾ ਕਿ ਜਦੋਂ ਮੈਂ ਇੱਥੋਂ ਗਈ ਆ ਤੇ ਮੈਂ ਭਰੀ ਗਈ ਸੀ I had a husband and I had 2 sons. ਕਿ ਮੇਰੇ ਕੋਲ ਪਤੀ ਸੀ ਮੇਰੇ 2 ਲੜਕੇ ਸੀ। Now I come back empty ਔਰ ਹੁਣ ਮੈਂ ਇਸ ਵੇਲੇ ਖਾਲੀ ਹੋ ਕੇ ਆਈ ਆ as a widow. ਇੱਕ ਵਿਧਵਾ ਦੇ ਤੌਰ ਤੇ। And my 2 daughters-in-law, they are widows. ਔਰ ਜਿਹੜੀਆਂ ਮੇਰੀਆਂ 2 ਨੌਹਾਂ ਉਹ ਵੀ ਵਿਧਵਾ ਆ। And one has left me and one is with me. I come back empty. ਔਰ ਇੱਕ ਜਿਹੜੀ ਮੇਰੀ ਨੂੰਹ ਕਹਿੰਦੀ ਉਹ ਵਾਪਸ ਚਲ ਗਈ ਆ ਔਰ ਇੱਕ ਜਿਹੜੀ ਨੂੰਹ ਆ ਰੂਥ ਉਹ ਮੇਰੇ ਨਾਲ ਇਸ ਵੇਲੇ ਹੈ। Can you see how Naomi saw things? ਔਰ ਕੀ ਤੁਸੀਂ ਦੇਖ ਸਕਦੇ ਆ ਕਿ ਨਿਓਮੀ ਨੇ ਕਿਸ ਤਰ੍ਹਾਂ ਇਹਨਾਂ ਗੱਲਾਂ ਨੂੰ ਦੇਖਿਆ।
She doesn't see things the way we see things. ਔਰ ਉਹਨੇ ਇਸ ਤਰ੍ਹਾਂ ਨਹੀਂ ਦੇਖਿਆ ਚੀਜ਼ਾਂ ਗੱਲਾਂ ਨੂੰ ਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ। She sees God in everything. ਔਰ ਉਹਨੇ ਦੇਖਿਆ ਕਿ ਪਰਮੇਸ਼ਰ ਹਰ ਇੱਕ ਗੱਲ ਦੇ ਵਿੱਚ ਸ਼ਾਮਲ ਹੋਇਆ। She says, the Almighty has afflicted me. ਔਰ ਉਹਨੇ ਕੀ ਕਿਹਾ ਕਿ ਸਰਵ ਸ਼ਕਤੀਮਾਨ ਜੋ ਪਰਮੇਸ਼ਰ ਆ ਉਹਨੇ ਮੇਰੇ ਨਾਲ ਕੋੜਾ ਕੰਮ She ਕੀਤਾ। doesn't say this has happened by chance, this is fate, this is just bad luck. ਔਰ ਉਹਨੇ ਇਹ ਨਹੀਂ ਕਿਹਾ ਕਿ ਇਹ ਐਵੇਂ ਕੁਛ ਹੋ ਗਿਆ ਜਾਂ ਮੇਰੀ ਕਿਸਮਤ ਹੀ ਮਾੜੀ ਸੀ। ਉਹਨੇ ਕਿਹਾ ਕਿ ਇਹ ਕੁਛ ਹੋਇਆ ਪਰਮੇਸ਼ਰ ਵੱਲੋਂ। No, this is the hand of providence. ਔਰ ਕਿਹਾ ਕਿ ਇਹ ਪਰਮੇਸ਼ਰ ਦਾ ਇਹਦੇ ਵਿੱਚ ਹੱਥ ਆ। This is a sad providence. ਔਰ ਇਹ ਕਿ ਜਿਹੜਾ ਇੱਕ ਦੁੱਖ ਦਾ ਇੰਤਜ਼ਾਮ ਉੱਥੇ ਹੋਇਆ। Because God is in control of all things and He deals with people. ਔਰ ਕਿਉਂਕਿ ਪਰਮੇਸ਼ਰ ਜੋ ਹੈ ਉਹ ਸਾਰਾ ਕੁਝ ਸੰਭਾਲਦਾ ਆ ਔਰ ਲੋਕਾਂ ਦੇ ਨਾਲ ਉਹ ਨਿਬੇੜਾ ਕਰਦਾ ਆ। And ultimately this was God's dealings, God's hand, God's will. ਔਰ ਇਹ ਕੀ ਦੇਖਦੇ ਆ ਕਿ ਇੱਥੇ ਪਰਮੇਸ਼ਰ ਦਾ ਹੱਥ ਪਰਮੇਸ਼ਰ ਦੀ ਮਰਜ਼ੀ ਉਹਦੇ ਵਿੱਚ ਕੀ ਸੀ। And God was working all things, ਔਰ ਪਰਮੇਸ਼ਰ ਸਾਰਾ ਕੁਝ ਉੱਥੇ ਇਹ ਕਰ ਰਿਹਾ ਸੀ। even the tragic things, ਔਰ ਭਾਵੇਂ ਇਹ ਦੁੱਖ ਦੇ ਸਮੇਂ ਵਿੱਚ ਆ ਰਹੇ ਸੀ for a good purpose. ਉਹਨਾਂ ਦੇ ਵਿੱਚ ਕੀ ਸੀਗਾ ਕਿ ਪਰਮੇਸ਼ਰ ਦਾ ਕੋਈ ਅੱਛਾ ਇਰਾਦਾ ਸੀ। And that is to bring Ruth ਔਰ ਇਹ ਸੀਗਾ ਕਿ ਰੂਥ ਨੂੰ ਲੈ ਕੇ ਆਉਣਾ to become the ancestor of King David ਕਿ ਉਹ ਕਿ ਜਿਹੜਾ ਦਾਊਦ ਬਾਦਸ਼ਾਹ ਉਹਦੇ ਘਰਾਣੇ ਉਹਦੀ ਕੁਲਪਤਰੀ ਦੇ ਵਿੱਚ ਉਹ ਆਵੇ। and an ancestor of the Lord Jesus Christ. ਔਰ ਕੀ ਅਸੀਂ ਦੇਖਦੇ ਹਾਂ ਕਿ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਘਰਾਣਾ ਆ ਕੁਲਪਤਰੀ ਉਹਦੇ ਵਿੱਚ ਆਵੇ, As we saw last week. ਜਿਸ ਤਰ੍ਹਾਂ ਪਿਛਲੇ ਹਫਤੇ ਦੇਖਿਆ ਸੀ। But what made Naomi return to Bethlehem? ਔਰ ਕੀ ਹੋਇਆ, ਕਿਸ ਗੱਲੋਂ ਨਿਓਮੀ ਨੇ ਕਿਹਾ ਕਿ ਮੈਂ ਹੁਣ ਵਾਪਸ ਜਾਵਾਂ? What was the turning point ਉਹਦੇ in her life? ਔਰ ਉਹਦੀ ਜ਼ਿੰਦਗੀ ਦੇ ਮੋੜ ਨੂੰ ਵਾਪਸ ਮੁੜਨਾ ਕਿਹੜਾ ਸੀਗਾ? Chapter 1 and verse 6 tells us ਔਰ 6ਵੀਂ ਆਇਤ ਪਹਿਲੇ ਦੇ ਦੇਖਦੇ ਹਾਂ that the Lord visited His people by giving them bread. ਔਰ ਕੀ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਆਪਣੇ ਲੋਕਾਂ ਵੱਲ ਮੁੜਿਆ, ਉਹਨਾਂ ਨੂੰ ਰੋਟੀ ਦਿੱਤੀ। The famine had ended in Bethlehem ਕਿ ਜਿਹੜਾ ਬੈਥਲੇਹਮ ਸੀਗਾ ਉੱਥੇ ਜਿਹੜਾ ਕਾਲ ਦਾ ਸਮਾਂ ਸੀ ਉਹ ਪੂਰਾ ਹੋਇਆ। and it sparked a desire in Naomi to want to go back. ਔਰ ਹੁਣ ਇਸ ਵੇਲੇ ਜਿਹੜੀ ਨਿਓਮੀ ਦੀ ਖੁਆਇਸ਼ ਜਾਗੀ ਕਿ ਹੁਣ ਮੈਂ ਆਪਣੇ ਲੋਕਾਂ ਵਿੱਚ ਵਾਪਸ ਜਾਵਾਂ। Go back to where she belongs. ਔਰ ਉਹਨੇ ਕਿਹਾ ਕਿ ਹੁਣ ਮੈਂ ਉੱਥੇ ਜਾਵਾਂ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ। Go back to God's people. Go back to the things of God. ਕਿ ਮੈਂ ਪਰਮੇਸ਼ਰ ਦੇ ਲੋਕਾਂ ਦੇ ਵਿੱਚ, ਪਰਮੇਸ਼ਰ ਦੇ ਗੱਲਾਂ ਦੇ ਕੰਮਾਂ ਵਿੱਚ ਜਾਵਾਂ। In Luke 15, ਲੂਕਾ 15 ਦੇ ਵਿੱਚ we read of a prodigal son ਉਹ ਦੇਖਦੇ ਆ ਕਿ ਜਿਹੜਾ ਇੱਕ ਭਗੌੜਾ ਪੁੱਤਰ ਆ who left his father and he went away to a faraway country. ਕਿ ਉਹ ਜਿਹੜਾ ਆਪਣੇ ਪਿਤਾ ਦੇ ਘਰਾਣੇ ਨੂੰ ਛੱਡ ਕੇ ਦੂਰ ਦੇਸ਼ ਚਲੇ ਜਾਂਦਾ ਆ And he wasted all his money. ਔਰ ਉਹਨੇ ਸਾਰਾ ਕੁਝ ਆਪਣਾ ਜੋ ਸੀ He ਪੈਸਾ had ਤੇ nothing left. ਉਹਦੇ ਕੋਲ ਕੁਝ ਵੀ ਨਹੀਂ ਰਿਹਾ। And he ended up in a pigsty. ਔਰ ਉਹ ਕਿੱਥੇ ਜਾਂਦਾ ਆ ਕਿ ਜਿਹੜੀ ਸੂਰਾਂ ਦੀ ਖੁਰਲੀ ਆ ਉਹਦੇ ਵਿੱਚ ਚਲ ਜਾਂਦਾ ਆ। And then he came to his senses. ਔਰ ਫਿਰ ਉਹਨੂੰ ਹੋਸ਼ ਆਈ And he says, look, I'll go back. I'll return. ਔਰ ਉਹਨੇ ਕਿਹਾ ਕਿ ਮੈਂ ਹੁਣ ਵਾਪਸ ਜਾਣਾ ਆ। Because even the servants have enough. ਔਰ ਕਿਹਾ ਕਿ ਜਿਹੜੇ ਮੇਰੇ ਪਿਤਾ ਦੇ ਘਰ ਵਿੱਚ ਨੌਕਰ ਆ ਉਹਨਾਂ ਦੀ ਜ਼ਿੰਦਗੀ ਵੀ ਅੱਛੀ ਆ। I'll go back. ਉਹਨੇ ਕਿਹਾ ਮੈਂ ਵਾਪਸ ਜਾਊਂਗਾ। There was this turning point ਔਰ ਉੱਥੇ ਵਾਪਸ ਜਾਣ ਦਾ ਇਹ ਸਮਾਂ ਸੀ in the son's life. ਉਹ ਉਸ ਪੁੱਤਰ ਦੇ ਜੀਵਨ ਦੇ ਵਿੱਚ। He acknowledged that he had sinned against God and against his father. ਔਰ ਉਹਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਆਪਣੇ ਪਿਤਾ ਦੇ ਪਰਮੇਸ਼ਰ ਦੇ ਅੱਗੇ ਸਾਹਮਣੇ ਉਹਨੇ ਪਾਪ ਕੀਤਾ। Let me ask you this morning. ਔਰ ਅੱਜ ਜਿਹੜਾ ਸਵੇਰ ਇਹ ਪੁੱਛਿਆ ਜਾਂਦਾ Are you in a faraway country? ਕਿ ਅੱਜ ਤੁਸੀਂ ਬਹੁਤ ਦੂਰ ਦਰੇਡੇ ਬੈਠੇ ਆ Have you gone away from the house of bread, from the bread of life, the Lord Jesus Christ? ਕਿ ਕੀ ਤੁਸੀਂ ਇਸ ਵੇਲੇ ਜੋ ਰੋਟੀ ਦਾ ਘਰ ਆ, ਜੋ ਪ੍ਰਭੂ ਯਿਸੂ ਮਸੀਹ ਰੋਟੀ ਖੁਦ ਆਪ ਹੈ, ਤੁਸੀਂ ਉੱਥੋਂ ਦੂਰ ਚਲ ਗਏ ਆ? Are you in Moab in the world? ਕਿ ਇਸ ਵੇਲੇ ਤੁਸੀਂ ਮੋਆਬ ਦੇ ਵਿੱਚ ਜੋ ਦੁਨੀਆ ਦੇ ਵਿੱਚ ਆ? Have you backslidden? Have you left your first love? ਕਿ ਇਸ ਵੇਲੇ ਤੁਸੀਂ ਠੰਡੇ ਪੈ ਗਏ ਆ ਤੇ ਜਿਹੜਾ ਤੁਹਾਡਾ ਪਹਿਲਾ ਪਿਆਰ ਸੀ ਤੁਸੀਂ ਭੁੱਲ ਬੈਠੇ ਆ? It's interesting that in the climate that we're living in at the moment, ਔਰ ਇਹ ਬਹੁਤ ਦੇਖਣ ਵਾਲੀ ਗੱਲ ਹੈ ਕਿ ਜਿਸ ਇਸ ਵੇਲੇ ਇਸ ਸਮੇਂ ਦੇ ਵਿੱਚ ਅਸੀਂ ਰਹਿ ਰਹੇ when ਹਾਂ anybody gets ill, ਕਿ ਜਦੋਂ ਵੀ ਕੋਈ ਬਿਮਾਰ ਹੁੰਦਾ ਆ, you have a headache, ਜਦੋਂ ਕਿਸੇ ਨੂੰ ਕੋਈ ਸਿਰ ਦਰਦੀ ਹੁੰਦੀ ਆ you have a sore throat, ਜਾਂ ਤੁਹਾਡਾ ਜਿਹੜਾ ਗਲਾ ਦੁਖਦਾ ਆ you lose your sense of taste. ਜਾਂ ਜਿਹੜਾ ਤੁਹਾਡਾ ਸਵਾਦ ਆ ਉਹ ਤੁਸੀਂ ਨਹੀਂ ਚੱਕ ਸਕਦੇ, What happens? ਕੀ ਹੁੰਦਾ ਆ? Everybody's panicking. ਔਰ ਕੀ ਹੁੰਦਾ ਕਿ ਸਾਰੇ ਘਬਰਾ ਜਾਂਦੇ ਆ Everybody thinks, do I have the coronavirus? ਔਰ ਕੀ ਲੋਕੀ ਸੋਚਣ ਲੱਗ ਪੈਂਦੇ ਕੀ ਮੈਨੂੰ ਕਰੋਨਾ ਵਾਇਰਸ ਹੋ ਗਿਆ? And you become fearful.
ਔਰ ਫਿਰ ਡਰ ਲੱਗਣ ਲੱਗ ਪੈਂਦਾ ਹੈ। Maybe I've got it. ਔਰ ਹੋ ਸਕਦਾ ਕਿ ਮੈਨੂੰ ਹੋ ਗਿਆ ਹੋਵੇ। When we look at our lives, ਜਦੋਂ ਅਸੀਂ ਆਪਣੀ ਜ਼ਿੰਦਗੀਆਂ ਵੱਲ ਦੇਖਦੇ ਹਾਂ, do we worry ਕੀ ਅਸੀਂ ਫਿਕਰ ਕਰਦੇ ਹਾਂ when the symptoms of turning back from God comes to us? ਕਿ ਉਹ ਕਿ ਜਦੋਂ ਜਿਹੜੇ ਕੁਝ ਸਾਨੂੰ ਨਿਸ਼ਾਨ ਦਿਖਾਈ ਦਿੰਦੇ ਆ ਕਿ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ ਆ, ਉਹਦੇ ਵੱਲ ਮੁੜਨਾ ਚਾਹੀਦਾ ਆ। Does it concern us that we're in Moab, that we've backslidden? ਕੀ ਸਾਨੂੰ ਕੁਝ ਸਾਡੇ ਹੋਸ਼ ਜਾਂ ਸਾਨੂੰ ਕੋਈ ਸਮਝ ਆਉਂਦੀ ਆ ਕਿ ਹਾਂ ਅਸੀਂ ਮੁਆਬ ਤੋਂ ਵਾਪਸ ਜਾਣਾ ਆ, That we've turned from the bread of life? ਕਿ ਅਸੀਂ ਜਿਹੜਾ ਆ ਰੋਟੀ ਦੇ ਘਰ ਤੋਂ ਅਸੀਂ ਮੁੜ ਗਏ ਆ, That we are spiritually sick? ਕਿ ਅਸੀਂ ਇਸ ਵੇਲੇ ਆਤਮਿਕ ਤੌਰ ਤੇ ਬਿਮਾਰ ਆ। Yeah, you may come to church. ਹੋ ਸਕਦਾ ਕਿ ਤੁਸੀਂ ਮੰਡਲੀ ਦੇ ਵਿੱਚ ਆਓ, You may be involved in Christian activities. ਔਰ ਹੋ ਸਕਦਾ ਕਿ ਤੁਸੀਂ ਜਿਹੜੇ ਮਸੀਹੀ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਵੋ, But you can do all that, but your heart could be in Moab. ਔਰ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਆ, ਪਰ ਜਿਹੜਾ ਤੁਹਾਡਾ ਦਿਲ ਆ ਉਹ ਹੋ ਸਕਦਾ ਉਹ ਦੁਨੀਆ ਮੁਆਬ ਦੇ ਵਿੱਚ ਹੋਵੇ। Do we sense the symptoms, the dangers? ਔਰ ਕੀ ਅਸੀਂ ਜਿਹੜੇ ਨਿਸ਼ਾਨ ਆ ਖਤਰੇ ਦੇ, ਕੀ ਅਸੀਂ ਉਹਨਾਂ ਨੂੰ ਦੇਖਦੇ ਆ That I'm losing my hunger for God's word and prayer. ਕਿ ਜਿਹੜੀ ਪਰਮੇਸ਼ਰ ਦੇ ਵਚਨਾਂ ਦੀ ਜਿਹੜੀ ਪ੍ਰਾਰਥਨਾ ਦੀ ਭੁੱਖ ਆ ਉਹ ਮੇਰੀ ਹੁਣ ਜਾਂਦੀ ਰਹੀ, A hunger to follow Christ and to love Him. ਕਿ ਮੈਂ ਕਿ ਪ੍ਰਭੂ ਨੂੰ ਪਿਆਰ ਕਰਾਂ, ਉਹਦੇ ਪਿੱਛੇ ਜਾਵਾਂ, And when I sin, it doesn't bother me anymore. ਕਿ ਜਦੋਂ ਮੈਂ ਹੁਣ ਪਾਪ ਕਰਦਾ ਹਾਂ ਮੈਨੂੰ ਉਹਦਾ ਕੋਈ ਫਰਕ ਨਹੀਂ ਲੱਗਦਾ, Because we've replaced other gods with the true and the living God. ਕਿਉਂਕਿ ਜਿਹੜੇ ਸੱਚੇ ਪਰਮੇਸ਼ਰ ਦੀ ਜਗ੍ਹਾ ਅਸੀਂ ਜਿਹੜੇ ਝੂਠੇ ਦੇਵੀ ਦੇਵਤੇ ਜਾਂ ਪਰਮੇਸ਼ਰ ਆ ਉਹਨਾਂ ਨੂੰ ਅਸੀਂ ਰੱਖ ਦਿੱਤਾ। Are we in Moab? ਕਿ ਇਸ ਵੇਲੇ ਹੁਣ ਅਸੀਂ ਮੁਆਬ ਦੇ ਵਿੱਚ ਆ, Are we in the pigsty? ਕਿ ਇਸ ਵੇਲੇ ਅਸੀਂ ਸੂਰਾਂ ਦੀ ਖੁਰਲੀ ਦੇ ਵਿੱਚ ਆ, And it's left our hearts empty and lost. ਔਰ ਇਸ ਵੇਲੇ ਜਿਹੜਾ ਸਾਡਾ ਦਿਲ ਆ ਉਹ ਖਾਲੀ ਆ, ਉਹਦੇ ਵਿੱਚ ਕੁਛ ਹੈ ਨਹੀਂ। Is this the turning point for you? ਕਿ ਇਹ ਤੁਹਾਡੇ ਵਾਸਤੇ ਇਹ ਮੁੜਨ ਦਾ ਰਸਤਾ ਆ, Like Naomi, ਨਿਯੋਮੀ ਦੇ ਵਾਂਗੂ, like the prodigal son. ਕਿ ਜਿਸ ਤਰ੍ਹਾਂ ਉਹ ਜਿਹੜਾ ਭਗੌੜਾ ਪੁੱਤਰ ਸੀ ਉਹਦੇ ਵਾਂਗੂ We need to go back to our father. ਸਾਨੂੰ ਲੋੜ ਆ ਕਿ ਅਸੀਂ ਵਾਪਸ ਆਪਣੇ ਪਿਤਾ ਦੇ And ਕੋਲ when we ਜਾਈਏ। go back to him, ਜਦੋਂ ਅਸੀਂ ਵਾਪਸ ਉਹਦੇ ਕੋਲ ਜਾਂਦੇ ਆ he will come running to us. ਔਰ ਉਹ ਸਾਡੇ ਵੱਲ ਦੌੜ ਕੇ ਆਉਂਦਾ ਆ, And he will embrace us. ਔਰ ਉਹ ਸਾਨੂੰ ਜੱਫੀ ਪਾਉਂਦਾ ਆ, And he will love us. ਔਰ ਸਾਨੂੰ ਪਿਆਰ ਕਰਦਾ ਆ, Even though we've gone away from him and sinned against him. ਭਾਵੇਂ ਅਸੀਂ ਉਹ ਤੋਂ ਦੂਰ ਚਲੇ ਜਾਂਦੇ ਆ, ਭਾਵੇਂ ਅਸੀਂ ਉਹਦੇ ਖਿਲਾਫ ਪਾਪ ਵੀ ਕਰਦੇ ਆ, And he will give us that status as his sons and daughters. ਔਰ ਫਿਰ ਸਾਨੂੰ ਉਹ ਆਪਣੇ ਧੀਆਂ ਪੁੱਤਰਾਂ ਦਾ ਜਿਹੜਾ ਅਹੁਦਾ ਹੁੰਦਾ ਉਹ ਸਾਨੂੰ ਦਿੰਦਾ ਆ। Are you at a crossroad this morning? ਕਿ ਅੱਜ ਸਵੇਰ ਤੁਸੀਂ ਉਸ ਖੜੇ ਆ ਮੋੜ ਤੇ ਜਿਹੜਾ ਚਰਾਹਾ ਆ, Are you in Moab? ਕਿ ਤੁਸੀਂ ਇਸ ਵੇਲੇ ਦੁਨੀਆ ਦੇ ਵਿੱਚ ਮੁਆਬ ਦੇ ਵਿੱਚ And you know it. ਔਰ ਤੈਨੂੰ ਪਤਾ ਆ, And you've been delaying, putting things off. Tomorrow I'll return. ਔਰ ਤੁਸੀਂ ਇਹ ਸੋਚ ਰਹੇ ਆ, ਦੇਰੀ ਕਰ ਰਹੇ ਹਾਂ ਕਿ ਕੱਲ ਨੂੰ ਮੈਂ ਵਾਪਸ ਆਊਂਗਾ, ਕੱਲ ਨੂੰ ਮੈਂ ਵਾਪਸ ਜਾਊਂਗਾ, Next week. ਅਗਲੇ ਹਫਤੇ। You know, these things never come. Tomorrow never comes. Next week never comes. ਕਿ ਜਿਹੜਾ ਕੱਲ ਆ ਉਹ ਕਦੀ ਨਹੀਂ ਆਉਂਦਾ, ਉਹ ਜਿਹੜਾ ਅਗਲਾ ਹਫਤਾ ਉਹ ਕਦੀ ਨਹੀਂ ਆਉਂਦਾ। Come back today. ਅੱਜ ਤੁਸੀਂ ਜਿਹੜਾ ਉਹ ਅੱਜ ਵਾਪਸ Let ਆਉਣਾ, today be that turning point. ਕਿ ਅੱਜ ਜਿਹੜਾ ਉਹ ਸਹੀ ਮੋੜ ਆ, ਅੱਜ ਉਹ ਸਹੀ ਮੋੜ ਮੁੜਿਆ ਜਾਵੇ। So firstly, ਪਹਿਲੀ ਗੱਲ Naomi's turning point to restoration. ਕਿ ਜਿਹੜਾ ਨਿਯੋਮੀ ਦਾ ਜਿਹੜਾ ਵਾਪਸ ਮੁੜ ਕੇ ਆਉਣਾ, ਵਾਪਸ ਮੇਲ ਮਿਲਾਪ। Secondly, ਦੂਸਰੀ ਗੱਲ Orpah's turning point of rejection. ਸੌਰੀ ਸਰ, Orpah's turning point of rejection. ਕਿ ਉਹ ਕਿ ਜਿਹੜਾ ਆਰਪਾ ਦਾ ਜਿਹੜਾ ਕਿ ਉਹਦਾ ਮੋੜ ਸੀਗਾ ਕਿ ਉਹਨੇ ਇਨਕਾਰ ਕੀਤਾ। So Naomi arose to go back to Bethlehem. ਕਿ ਜਿਹੜੀ ਨਿਯੋਮੀ ਆ ਉੱਠਦੀ ਆ ਕਿ ਉਹ ਵਾਪਸ ਬੈਥਲੇਹਮ ਨੂੰ ਜਾਵੇ। Chapter 1 and verse 7 ਪਹਿਲਾ ਅਧਿਆਇ ਉਹਦੀ 7ਵੀਂ ਆਇਤ tells us that two daughters-in-law went with her to return to Judah. ਕਿ ਜੋ ਉਹਦੀਆਂ ਦੋਹਾਂ ਨੂੰਹਾਂ ਉੱਠੀਆਂ ਉਹ ਯਹੂਦਾ ਨੂੰ ਵਾਪਸ ਜਾਣ। Now it seems here ਔਰ ਇੱਥੇ ਇਸ ਤਰ੍ਹਾਂ ਲੱਗਦਾ ਆ that they came to a point ਕਿ ਇੱਥੇ ਕਿ ਇਸ ਤਰ੍ਹਾਂ ਕਿ ਇੱਕ ਸਮਾਂ ਆਉਂਦਾ ਆ where they followed her, ਕਿ ਜਿੱਥੋਂ ਉਹਦੇ ਉਹ ਪਿੱਛੇ ਆਈਆਂ, but then they had to make a choice ਫਿਰ ਉਹਨਾਂ ਨੂੰ ਇੱਕ ਫੈਸਲਾ ਕਰਨ ਦੀ ਲੋੜ ਸੀ, to either continue with her to Judah or go back to Moab. ਜਾਂ ਤੇ ਫਿਰ ਉਹ ਉਹਦੇ ਪਿੱਛੇ ਜਾਣ ਕੇ ਯਹੂਦਾ ਦੇ ਉੱਤੇ
ਉਹਦੇ ਨਾਲ ਜਾਣ ਜਾਂ ਫਿਰ ਉਹ ਮਵਾਬ ਨੂੰ ਚਲ ਜਾਣ। It doesn't say in the text, but maybe there was a crossroad. ਔਰ ਇੱਥੇ ਲਿਖਿਆ ਨਹੀਂ ਹੋਇਆ ਪਰ ਹੋ ਸਕਦਾ ਕਿ ਇਹ ਉਹਨਾਂ ਦੇ ਵਾਸਤੇ ਇੱਕ ਚਰਸਤਾ ਸੀਗਾ You either go this way or you go that way. ਕਿ ਜਾਂ ਤਾਂ ਤੁਸੀਂ ਉਧਰਲੇ ਪਾਸੇ ਜਾਣਾ ਜਾਂ ਤੁਸੀਂ ਦੂਸਰੇ ਪਾਸੇ ਜਾਣਾ ਹੈ। Now, Orpah, it seems, was not a bad daughter-in-law. ਔਰ ਇੱਥੇ ਦੇਖਦੇ ਹਾਂ ਕਿ ਜਿਹੜੀ ਉਹਦੀ ਆਰਪਾ ਜਿਹੜੀ ਸੀ ਨੂੰਹ ਸੀਗੀ ਉਹ ਕੋਈ ਬੁਰੀ ਨੂੰਹ ਨਹੀਂ ਸੀ। In fact, she was a model daughter-in-law. ਔਰ ਕਹਿ ਸਕਦੇ ਹਾਂ ਕਿ ਇੱਕ ਚੰਗੀ ਉਹ ਨੂੰਹ ਦਾ ਬਤਾਓ ਆ। In verse 8, 8ਵੀਂ ਆਇਤ ਦੇ ਵਿੱਚ Naomi says, ਨਿਓਮੀ ਨੇ ਕਿਹਾ Go return, each to her mother's house. The Lord deal kindly with you as you have dealt kindly, as you have dealt with the dead and with me. ਕਿਉਂਕਿ ਨਿਓਮੀ ਨੇ ਉਹਨਾਂ ਨੂੰ ਕਿਹਾ ਦੋਹਾਂ ਨੂੰਹਾਂ ਨੂੰ ਕਿ ਪਰਮੇਸ਼ਰ ਤੁਹਾਡੇ ਨਾਲ ਭਲਾਈ ਕਰੇ ਜਿਸ ਤਰ੍ਹਾਂ ਤੁਸੀਂ ਮੇਰੇ ਮਿੱਤਰਕਾਂ ਨਾਲ ਭਲਾਈ ਕੀਤੀ। She's saying, Orpah, Ruth, ਔਰ ਜਿਹੜੀ ਆਰਪਾ ਨੂੰ ਕਿਹਾ ਜਾਂਦਾ you have been kind to your dead husbands when they were alive. You have been kind to me. ਔਰ ਕਿਹਾ ਕਿ ਤੂੰ ਆਪਣੇ ਪਤੀ ਜੋ ਤੇਰਾ ਜਿੰਦਾ ਸੀਗਾ ਸੱਚਮੁੱਚ ਤੂੰ ਉਹਨਾਂ ਨਾਲ ਭਲਾਈ ਕੀਤੀ ਔਰ ਮੇਰੇ ਨਾਲ ਵੀ ਤੂੰ ਭਲਾਈ ਕੀਤੀ ਆ। Orpah was a good daughter-in-law. ਕਿ ਜਿਹੜੀ ਆਰਪਾ ਸੀਗੀ ਉਹ ਅੱਛੀ ਨੂੰਹ ਸੀ। But then Naomi warned them of the cost of going with her. ਔਰ ਫਿਰ ਨਿਓਮੀ ਨੇ ਉਹਨਾਂ ਨੂੰ ਦੱਸਿਆ ਚੇਤਾਵਨੀ ਦਿੱਤੀ ਕਿ ਮੇਰੇ ਪਿੱਛੇ ਆਉਣ ਦੀ ਕੀਮਤ ਕੀ ਆ। She tells them to go back. ਉਹਨਾਂ ਨੂੰ ਕਿਹਾ ਕਿ ਤੁਸੀਂ ਵਾਪਸ ਚਲ ਜਾਓ In verse 9, so that they could marry ਤਾਂ ਕਿ ਉਹ ਜਾ ਕੇ ਆਪਣਾ ਫਿਰ ਦੁਬਾਰਾ ਵਿਆਹ and ਕਰਨ find husbands. ਉਹ ਪਤੀ ਲੱਭਣ। And she says in verse 10, ਔਰ 10ਵੀਂ ਆਇਤ ਕਹਿੰਦੀ ਆ they say in verse 10, no, we will go with you to Bethlehem. ਔਰ ਉਹਨਾਂ ਨੇ ਨੂੰਹਾਂ ਨੇ ਕੀ ਕਿਹਾ ਕਿ ਨਹੀਂ ਅਸੀਂ ਤੇਰੇ ਨਾਲ ਬੈਤਲਹਿਮ ਨੂੰ ਜਾਵਾਂਗੇ। But then Naomi explains in verse 11 through to 13. ਔਰ ਫਿਰ 11 ਤੋਂ 13 ਦੇ ਵਿੱਚ ਨਿਓਮੀ ਨੇ ਉਹਨਾਂ ਨੂੰ ਬਿਆਨ ਕੀਤਾ Look, if you come with me, ਕਿ ਜੇ ਤੁਸੀਂ ਮੇਰੇ ਨਾਲ ਆਉਂਦੀਆਂ ਆ it may mean that you may not find a husband. ਔਰ ਹੋ ਸਕਦਾ ਕਿ ਤੁਹਾਨੂੰ ਜੋ ਪਤੀ ਫੇਰ ਨਾ ਮਿਲਣ And you may not have a family and children. ਔਰ ਹੋ ਸਕਦਾ ਕਿ ਤੈਨੂੰ ਪਰਿਵਾਰ ਜਾਂ ਤੈਨੂੰ ਬੱਚੇ ਨਾ ਮਿਲਣ। These two widows were young, probably in their late 20s. ਔਰ ਹੋ ਸਕਦਾ ਕਿ ਇਹ ਜਿਹੜੀਆਂ ਦੋ ਦੀਆਂ ਨੂੰਹਾਂ ਸੀਗੀਆਂ ਹਾਲੇ ਜਵਾਨੀ ਵਿੱਚ ਸੀਗੀ ਸ਼ਾਇਦ 20 ਸਾਲ ਦੀ ਉਮਰ But ਹੋਵੇ। according to the system at the time, ਪਰ ਉਸ ਸਮੇਂ ਦੇ ਮੁਤਾਬਕ ਜੋ ਉੱਥੇ ਰਿਵਾਜ ਸੀ a widow whose husband had died ਕਿ ਉਹ ਵਿਧਵਾ ਜਿਹੜਾ ਪਤੀ ਮਰ ਜਾਂਦਾ ਸੀ would normally end up marrying the brother. ਆਮ ਤੌਰ ਤੇ ਇਦਾਂ ਹੁੰਦਾ ਸੀਗਾ ਕਿ ਜਿਹੜਾ ਉਹਦਾ ਪਤੀ ਦਾ ਭਰਾ ਹੁੰਦਾ ਸੀਗਾ ਉਹਦੇ ਨਾਲ ਵਿਆਹ ਕਰ And ਲੈਂਦੀਆਂ their ਸੀ children. ਔਰ ਫਿਰ ਉਹਨਾਂ ਦੇ ਬੱਚੇ ਹੁੰਦੇ ਸੀ। And the child would take the dead husband's name. ਔਰ ਕੀ ਹੁੰਦਾ ਸੀਗਾ ਕਿ ਜਿਹੜਾ ਪਤੀ ਮਰ ਚੁੱਕਣ ਦਾ ਜਿਹੜਾ ਬੱਚਾ ਉਹਦੇ ਨਾਂ ਨੂੰ ਅੱਗੇ ਵਧਾਉਂਦਾ ਸੀ। But Naomi says in verse 12, ਔਰ 12 ਦੇ ਐਤ ਦੇ ਵਿੱਚ ਨਿਓਮੀ ਨੇ ਕਿਹਾ look, I'm too old to have children, and even if I did, will you wait until they grow up? ਔਰ ਨਿਓਮੀ ਨੇ ਕਿਹਾ ਕਿ ਹੁਣ ਕੀ ਮੈਂ ਹੋਰ ਜਿਹੜੇ ਮੇਰੇ ਲੜਕੇ ਹੋਣਗੇ ਔਰ ਕਿਹਾ ਕਿ ਹੁਣ ਤਾਂ ਮੈਂ ਬੁੱਢੀ ਵੀ ਹੋ ਗਈ ਹਾਂ। Naomi's not being selfish. She doesn't think of herself. ਔਰ ਇੱਥੇ ਨਿਓਮੀ ਨੇ ਇਹ ਨਹੀਂ ਕਿਹਾ ਕਿ ਮੇਰਾ ਕੀ ਫਾਇਦਾ ਇਹਦੇ ਵਿੱਚ ਉਹਨੇ ਆਪਣਾ ਫਾਇਦਾ ਨਹੀਂ But ਉਠਾਇਆ। she thinks of the two young widows. ਔਰ ਉਹ ਜਿਹੜੀਆਂ ਇਹ ਦੋ ਜਵਾਨ ਉਹਦੀਆਂ ਨੂੰਹਾਂ ਆ ਵਿਧਵਾ ਉਹਨਾਂ ਦੇ ਬਾਰੇ And ਸੋਚਦੀ says, ਹੈ। look, go back. ਔਰ ਉਹਨੇ ਕਿਹਾ ਕਿ ਤੁਸੀਂ ਵਾਪਸ ਜਾਓ Because in that culture, at that time, ਕਿਉਂਕਿ ਉਸ ਸਮੇਂ ਉਸ ਸਮਾਜ ਦੇ ਵਿੱਚ to be a widow ਕਿ ਇੱਕ ਵਿਧਵਾ ਹੋਣ ਦੇ ਨਾਤੇ meant absolute no status in society. You were destitute. ਕਿਉਂਕਿ ਉਸ ਸਮੇਂ ਦੇ ਜਿਹੜੀ ਵਿਧਵਾ ਔਰਤ ਹੈ ਉਹਦੀ ਕੋਈ ਨਾਂ ਜਾਂ ਕੋਈ ਉਹਦੀ ਕਦਰ ਨਹੀਂ ਸੀ ਹੁੰਦੀ। Because her husband was her security. ਕਿਉਂਕਿ ਜਿਹੜਾ ਉਹਦਾ ਪਤੀ ਹੁੰਦਾ ਸੀਗਾ ਪਤੀ ਦੇ ਨਾਲ ਉਹਦੀ ਜਿਹੜੀ ਜ਼ਿੰਦਗੀ ਦੀ ਸੁਰੱਖਿਅਤ ਹੁੰਦਾ ਸੀ। Having family meant having respect. ਕਿ ਜਦੋਂ ਇੱਕ ਪਰਿਵਾਰ ਹੁੰਦੇ ਪਰਿਵਾਰ ਦੇ ਵਿੱਚ ਜਿਹੜਾ ਉਹਨੂੰ ਆਦਰ ਮਿਲਦਾ ਆ। But being a widow ਪਰ ਇੱਕ ਵਿਧਵਾ ਹੋਣ ਦੇ ਨਾਤੇ meant being lonely, abandoned, helpless. ਔਰ ਉਹ She was shunned by society. That's why God says, look after the widows. ਔਰ ਕਿਉਂਕਿ ਉਸ ਸਮੇਂ ਦੇ ਮੁਤਾਬਕ ਜਿਹੜਾ ਉਹਦਾ ਸਮਾਜ ਸੀਗਾ ਉਹ ਵਿਧਵਾ ਦੀ ਕੋਈ ਕਦਰ ਨਹੀਂ ਸੀ ਕਰਦਾ। ਇਸ ਕਰਕੇ ਪਰਮੇਸ਼ਰ ਕਹਿੰਦਾ ਕਿ ਤੁਸੀਂ ਵਿਧਵਾ ਦੀ ਕਦਰ ਕਰੋ। So Naomi could not guarantee them husbands. ਔਰ ਜਿਹੜੀ ਨਿਓਮੀ ਸੀਗੀ ਉਹ ਕਹਿੰਦੀ ਕਿ ਮੈਂ ਤੈਨੂੰ ਪੱਕੀ ਗੱਲ ਕਿੱਥੋਂ ਕਹਿ ਦਵਾਂ ਕਿ ਤੈਨੂੰ ਪਤੀ ਮਿਲਣਗੇ। So there's this massive cost in following her. ਔਰ ਇਥੇ ਕੀ ਦੇਖਦੇ ਆ ਕਿ ਉਹਨਾਂ ਨੂੰ ਬਹੁਤ ਕੀਮਤ ਵੱਡੀ ਚੁਕਾਉਣੀ ਪੈਣੀ ਸੀ ਜੇ ਉਹ ਉਹਦੇ ਮਗਰ ਚੱਲਦੀਆਂ। So Orpah thought about this. ਔਰ ਜਿਹੜੀ ਉਹਦੀ ਨੂੰਹ ਆਰਪਾ ਉਹਨੇ ਸੋਚਿਆ And it was too costly for her.
ਔਰ ਉਹਨੇ ਕਿਹਾ ਕਿ ਸੱਚਮੁੱਚ ਇਹ ਵੱਡੀ ਕੀਮਤ ਮੈਨੂੰ And ਚੁਕਾਉਣੀ in ਪੈਣੀ। verse 14 it tells us she wept, she kissed her mother-in-law, and she went back to Moab and her gods, it says in verse 15. ਔਰ ਫਿਰ ਕੀ ਦੇਖਦੇ ਹਾਂ 14-15 ਚ ਕਿ ਜਿਹੜੀ ਉਹਦੀ ਨੂੰਹ ਸੀਗੀ ਆਰਪਾ, ਉਹਨੇ ਵਿਚਾਰ ਕੀਤੇ, ਉਹਨੇ ਸੋਚਿਆ ਔਰ ਨਿਊਮੀ ਨੂੰ ਚੁੰਮਿਆ ਤੇ ਉਹ ਮੋਆਬ ਦੇ ਵਿੱਚ ਵਾਪਸ ਚਲੀ ਗਈ। How many Orpahs are there in the world today? ਅੱਜ ਜਿਹੜੀਆਂ ਆ ਉਹ ਕਿੰਨੇ ਲੋਕ ਆ ਕਿ ਜਿਹੜੀ ਉਹਦੀ ਨੂੰਹ ਆ ਨਿਊਮੀ ਦੀ ਆਰਪਾ ਵਾਂਗੂ ਇਸ ਵੇਲੇ ਹੈ, Who want to follow Naomi's God, ਕਿ ਜਿਹੜੇ ਉਹ ਚਾਹੁੰਦੇ ਆ ਕਿ ਨਿਊਮੀ ਦੇ ਪਰਮੇਸ਼ਰ ਦੇ ਪਿੱਛੇ ਚੱਲਣਾ, who say they do for a while. ਔਰ ਉਹ ਕਹਿ ਦਿੰਦੇ ਹਾਂ ਕਿ ਥੋੜੇ ਸਮੇਂ ਦੇ ਵਾਸਤੇ ਅਸੀਂ ਉਹਦੇ ਪਿੱਛੇ ਚੱਲਣਾ ਆ। They want the benefits, they want salvation, ਉਹ ਚਾਹੁੰਦੇ ਆ ਕਿ ਜੋ ਪਰਮੇਸ਼ਰ ਦੇ ਵੱਲੋਂ ਉਹਨਾਂ ਨੂੰ ਫਾਇਦੇ ਮਿਲਦੇ ਆ ਜਾਂ ਪਰਮੇਸ਼ਰ ਵੱਲੋਂ ਜੋ ਮੁਕਤੀ ਮਿਲਦੀ ਆ, but they are not prepared to pay the cost. ਪਰ ਉਹ ਤਿਆਰ ਨਹੀਂ ਕਿ ਜਿਹੜੀ ਉਹਨਾਂ ਨੂੰ ਕੀਮਤ ਅਦਾ ਕਰਨ ਦੀ ਲੋੜ ਆ। They still want Moab. ਔਰ ਫਿਰ ਵੀ ਉਹ ਚਾਹੁੰਦੇ ਆ ਕਿ ਜਿਹੜਾ ਮੁਆਬ ਆ ਉਹਨੂੰ ਫੜੀ ਰੱਖਣ, The world ਜਿਹੜੀ ਦੁਨੀਆ ਆ, and the gods of Moab. ਕਿ ਉਹ ਕਿ ਜਿਹੜੇ ਮੁਆਬ ਦੇ ਜਿਹੜੇ ਪਰਮੇਸ਼ਰ, ਮੁਆਬ ਦੇ ਜਿਹੜੇ ਦੇਵੀ ਦੇਵਤੇ ਆ। Let me make it clear, it costs us nothing. ਔਰ ਇਹ ਅਸੀਂ ਸਾਫ਼ ਕਰ ਦਈਏ ਕਿ ਇਹ ਸਾਨੂੰ ਤਾਂ ਕੋਈ ਕੀਮਤ ਨਹੀਂ ਅਦਾ ਕਰਨੀ ਪੈਂਦੀ, To earn our salvation, we can't do it. ਕਿ ਜਿਹੜੀ ਸਾਨੂੰ ਕੀਮਤ ਅਸੀਂ ਨਹੀਂ ਚੁਕਾਉਂਦੇ, ਕਿ ਜਿਹੜੀ ਸਾਨੂੰ ਮੁਕਤੀ ਮਿਲਦੀ ਆ, ਕਿਉਂਕਿ ਅਸੀਂ ਉਹਦੀ ਕੀਮਤ ਨਹੀਂ ਦੇ ਸਕਦੇ। Jesus paid the price for us ਕਿ at ਪ੍ਰਭੂ- Calvary. ਕਿ His ਪ੍ਰਭੂ- blood was shed. ਕਿ ਪ੍ਰਭੂ ਯਿਸੂ ਮਸੀਹ ਨੇ ਸਾਡੀ ਮੁਕਤੀ ਦੀ ਜਿਹੜੀ ਕੀਮਤ ਆ ਉਹ ਅਦਾ ਕਰ ਦਿੱਤੀ ਆਪਣੇ ਖੂਨ ਸਲੀਬ ਤੇ ਦੇ ਕੇ, Our good works cannot get us to heaven. ਕਿ ਜਿਹੜੇ ਸਾਡੇ ਚੰਗੇ ਕੰਮ ਆ ਉਹ ਸਾਨੂੰ ਸਵਰਗ ਨਹੀਂ ਲਿਜਾ ਸਕਦੇ। But ਪਰ if we want to receive that salvation ਕਿ ਜੇ ਅਸੀਂ ਉਸ ਮੁਕਤੀ ਨੂੰ ਪਾਉਣਾ ਚਾਹੁੰਦੇ ਆ by faith, ਕਿ ਵਿਸ਼ਵਾਸ ਦੁਆਰਾ, it involves not just making Jesus our Savior, but our Lord. It costs us everything. ਪਰ ਇਹ ਗੱਲ ਆ ਕਿ ਜਦੋਂ ਅਸੀਂ ਪਰਮੇਸ਼ਰ ਨੂੰ, ਪ੍ਰਭੂ ਨੂੰ ਅਸੀਂ ਆਪਣਾ ਮੁਕਤੀ ਦਾਤਾ, ਆਪਣਾ ਪ੍ਰਭੂ ਬਣਾਉਨੇ ਆ, ਫਿਰ ਉਹਦੇ ਵਿੱਚ ਸਾਨੂੰ ਬਹੁਤ ਕੁਝ ਜਿਹੜਾ ਤਿਆਰ ਹੋਣਾ ਚਾਹੀਦਾ ਕਿ ਅਸੀਂ ਉਹਦੀ ਕੀਮਤ ਅਦਾ ਕਰੀਏ, He has to be Lord of our lives. ਕਿ ਉਹ ਜਿਹੜਾ ਆ ਸਾਡੀ ਜ਼ਿੰਦਗੀਆਂ ਦਾ ਮਾਲਕ ਸਾਡਾ ਬਣ ਜਾਵੇ। Julius Caesar was a Roman emperor, ਜਿਹੜਾ ਜੂਨੀਅਰ ਸੀਜ਼ਰ ਸੀਗਾ ਉਹ ਰੋਮਨ ਦਾ ਜਿਹੜਾ ਸਰਕਾਰ ਦਾ ਸੀਗਾ and ਵੱਡਾ, he sent his soldiers to conquer Great Britain. ਔਰ ਉਹਨੇ ਆਪਣੇ ਸਿਪਾਹੀਆਂ ਨੂੰ ਭੇਜਿਆ ਕਿ ਜੋ ਬ੍ਰਿਟਨ ਆ, ਬਰਤਾਨੀਆ, ਉਹਦੇ ਉੱਤੇ ਉਹਨੂੰ ਜਿੱਤ ਪਾਉਣ। They came in their ships, ਉਹ ਆਏ ਆਪਣੀਆਂ ਬੇੜੀਆਂ ਦੇ and he ਵਿੱਚ, told them once they landed ਔਰ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਵਾਰ ਤੁਸੀਂ ਉੱਤੇ ਚਲੇ ਗਏ that they were to climb to the top of the cliffs of Dover. ਕਿ ਉਹ ਕਿ ਜਿਹੜਾ ਡੋਬਰ ਆ, ਜਿਹੜੀ ਪਹਾੜੀ ਆ, ਤੁਸੀਂ ਉਹਦੇ ਉੱਤੇ ਜਾਣਾ ਆ, And then they were to look back at the sea. ਕਿ ਫਿਰ ਤੁਸੀਂ ਵਾਪਸ ਜਿਹੜਾ ਸਮੁੰਦਰ ਆ ਉਹਦੇ ਵੱਲ ਦੇਖਣਾ ਆ। And they did that. ਉਹਨਾਂ ਨੇ ਦੇਖਿਆ, And what did they see? ਉਹਨਾਂ ਨੇ ਕੀ ਦੇਖਿਆ Their ships were burning. ਕਿ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇੜੀਆਂ, ਜਿਹੜੀਆਂ ਬੋਟ ਸੀਗੀਆਂ, ਉਹ ਅੱਗ ਲੱਗੀ ਸੀ। Caesar deliberately arranged this ਔਰ ਸੀਜ਼ਰ ਨੇ ਇਹ ਜਾਣਬੁੱਝ ਕੇ ਸਾਰਾ ਕੁਝ ਕੀਤਾ ਸੀ, so they could not go back home. ਕਿਉਂਕਿ ਉਹ ਫਿਰ ਵਾਪਸ ਨਹੀਂ ਉਹ ਜਾ ਸਕਦੇ ਸੀ ਘਰ। So the soldiers had to pay a cost. ਔਰ ਜਿਹੜੇ ਸਿਪਾਹੀ ਸੀਗੇ ਉਹਨਾਂ ਨੂੰ ਫਿਰ ਉਹ ਜਿਹੜੀ ਕੀਮਤ ਸੀਗੀ ਉਹ ਖੁਦ ਅਦਾ ਕਰਨੀ ਸੀ, So that they can now go and conquer Britain. ਔਰ ਉਹਨਾਂ ਨੂੰ ਹੁਣ ਫਿਰ ਸੀਗਾ ਕੀ ਸੀਗਾ ਉਹਨਾਂ ਦੇ ਸਾਹਮਣੇ ਕਿ ਉਹਨਾਂ ਨੇ ਜੋ ਬ੍ਰਿਟਾਨੀਆ ਉੱਤੇ ਜਿੱਤ ਪਾਉਣੀ ਆ। There is a cost ਔਰ ਉੱਥੇ ਕੀ ਅਸੀਂ ਦੇਖਦੇ ਹਾਂ ਕਿ ਇੱਕ ਕੀਮਤ ਅਦਾ ਕਰਨ ਦੀ involved in the Christian life. ਕਿ ਮਸੀਹੀ ਜੀਵਨ ਦੇ ਵਿੱਚ ਜਿਹੜੀ ਇੱਕ ਕੀਮਤ ਅਦਾ ਕਰਨੀ ਪੈਂਦੀ ਹੈ, Christ has saved you. ਕਿ ਪਰਮੇਸ਼ਰ ਨੇ, ਪ੍ਰਭੂ ਯਿਸੂ ਮਸੀਹ ਨੇ ਤੈਨੂੰ ਬਚਾ ਤਾਂ ਲਿਆ, He's not just your Savior, He has to be your Lord. ਕਿ ਉਹ ਸਿਰਫ ਜਿਹੜਾ ਇਸ ਵੇਲੇ ਨਹੀਂ ਕਿ ਉਹ ਮੁਕਤੀ ਦਾਤਾ ਹੀ ਹੋਵੇ, ਪਰ ਉਹ ਪ੍ਰਭੂ ਵੀ ਹੋਵੇ। And you have to burn your ships. ਔਰ ਜਿਹੜੀਆਂ ਸਾਡੀਆਂ ਜਿਹੜੀਆਂ ਕਿਸ਼ਤੀਆਂ ਆ ਉਹਨਾਂ ਨੂੰ ਹੁਣ ਅੱਗ ਨਾਲ ਸਾੜ ਦੇਣ ਦੀ ਲੋੜ You ਆ, can't go back to Moab, to the world. ਕਿ ਹੁਣ ਅਸੀਂ ਮਵਾਬ ਦੇ ਵਿੱਚ ਵਾਪਸ ਨਹੀਂ ਜਾ ਸਕਦੇ, You have to leave your sins behind. ਕਿ ਜਿਹੜੇ ਪਾਪ ਆ ਉਹਨਾਂ ਨੂੰ ਅਸੀਂ ਹੁਣ ਪਿੱਛੇ ਛੱਡ ਕੇ ਆਉਣਾ ਆ। Jesus said, if you want to be my disciple, ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇ ਤੁਸੀਂ ਮੇਰੇ ਚੇਲੇ ਬਣਨਾ ਚਾਹੁੰਦੇ you ਆ, have to love me more than your father and your mother and your wife and your children and even your own life and your brothers and sisters. ਔਰ ਕਿਹਾ ਕਿ ਫਿਰ ਪ੍ਰਭੂ ਨੇ ਕਿਹਾ ਕਿ ਜਿਹੜਾ ਮੇਰਾ
ਮੇਰਾ ਮੇਰੇ ਵਾਸਤੇ ਪਿਆਰ ਹੈ ਤੁਹਾਡਾ ਸਭ ਤੋਂ ਉੱਤਮ ਹੋਵੇ ਆਪਣੇ ਜਿਹੜੇ ਤੁਹਾਡੇ ਮਾਂ ਭੈਣ ਭਰਾ ਔਰ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ ਕੇ ਮੇਰੇ ਵਾਸਤੇ ਪਿਆਰ Jesus ਹੋਵੇ says you have to take up your cross. ਔਰ ਪ੍ਰਭੂ ਨੇ ਕਿਹਾ ਕਿ ਤੁਸੀਂ ਸਲੀਬ ਲੈ ਕੇ ਚੁੱਕ ਕੇ ਮੇਰੇ ਪਿੱਛੇ ਆਉਣਾ ਹੈ Take the persecution that comes ਕਿ ਉਹ ਕਿ ਜਦੋਂ ਤੈਨੂੰ ਲੋਕ ਸਤਾਉਣ ਤੁਸੀਂ ਫਿਰ ਵੀ ਮੇਰੇ ਪਿੱਛੇ ਆਉਣਾ ਆ and follow me. ਔਰ ਮੇਰੇ ਪਿੱਛੇ ਆਉਣਾ ਆ There's a cost. ਇੱਕ ਕੀਮਤ ਅਦਾ ਕਰਨੀ ਪੈਂਦੀ ਆ Let me ask you and ask myself. ਔਰ ਇਹ ਤੁਹਾਡੇ ਵਾਸਤੇ ਔਰ ਮੇਰੇ ਵਾਸਤੇ ਸਵਾਲ ਆ Are we any different from our friends? ਕਿ ਕੀ ਇਸ ਵੇਲੇ ਅਸੀਂ ਆਪਣੇ ਦੋਸਤਾਂ ਦੇ ਨਾਲ ਕੋਈ ਫਰਕ ਆ Are our lives different from Yes. our family members who are not Christians? ਕਿ ਜਿਹੜੇ ਇਸ ਵੇਲੇ ਮਸੀਹ ਦੇ ਵਿੱਚ ਲੋਕ ਨਹੀਂ ਹੈਗੇ ਸਾਡੇ ਪਰਿਵਾਰ ਦੇ ਕੀ ਸਾਡਾ ਜੀਵਨ ਉਹਨਾਂ ਨਾਲ ਫਰਕ ਆ In Genesis 18, ਔਰ ਜਿਹੜਾ ਉਤਪਤ 18 ਦੇ ਵਿੱਚ God told Abraham that he would destroy Sodom. ਔਰ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਸਦੋਮ ਦਾ ਮੈਂ ਨਾਸ਼ ਕਰਨਾ ਹੈ Abraham pleaded and said, Lord, don't destroy it if there are 50 who are righteous. ਔਰ ਅਬਰਾਹਮ ਨੇ ਕੀ ਕਿਹਾ ਕਿ ਤੂੰ ਪਰਮੇਸ਼ਰ ਨੂੰ ਕਿ ਉੱਥੇ 50 ਜਿਹੜੇ ਧਰਮੀ ਆ ਤੂੰ ਉਹਨੂੰ ਨਾਸ਼ ਨਾ ਕਰ And in the end, God said, I won't destroy it if there are 10 righteous. ਔਰ ਉੱਥੇ ਕੀ ਦੇਖਦੇ ਆ ਪਰਮੇਸ਼ਰ ਨੇ ਕਿਹਾ ਕਿ ਉੱਥੇ ਜੇ 10 ਵੀ ਮੈਨੂੰ ਮਿਲ ਜਾਣ ਧਰਮੀ ਮੈਂ ਉੱਥੇ ਨਾਸ਼ ਨਹੀਂ ਕਰੂੰਗਾ Can you think of 10 Christians that you know ਕੀ ਤੁਸੀਂ ਜਿਹੜੇ 10 ਆ ਮਸੀਹੀ ਲੋਕਾਂ ਨੂੰ ਜਾਣਦੇ ਉਹਨਾਂ ਦੇ ਬਾਰੇ ਸੋਚ ਸਕਦੇ ਆ who are true disciples of Jesus? ਕਿ ਜਿਹੜੇ ਕਹਿੰਦੇ ਆ ਕਿ ਹਾਂ ਸੱਚਮੁੱਚ ਅਸੀਂ ਸੱਚੀ ਮੁੱਚੀ ਪ੍ਰਭੂ ਯਿਸੂ ਮਸੀਹ ਦੇ ਚੇਲੇ ਆ Who would be prepared to follow Christ at any cost? ਕਿ ਉਹ ਤਿਆਰ ਆ ਕਿ ਭਾਵੇਂ ਉਹਨਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਸਤੇ Who are humble? ਜਿਹੜੇ ਹਲੀਮ ਆ Who are not in it for praise? ਕਿ ਉਹ ਕਿ ਜਿਹੜੇ ਇਸ ਵੇਲੇ ਹੁਣ ਉਹ ਆਪਣੀ ਜਿਹੜੀ ਪ੍ਰਸ਼ੰਸਾ ਨਹੀਂ ਪਾਲਦੇ Who are not in it for celebrity status? ਕਿ ਉਹ ਕਿ ਜਿਹੜੇ ਇਸ ਵੇਲੇ ਹੁਣ ਉਹਦੇ ਵਿੱਚ ਨਹੀਂ ਕਿ ਉਹਨਾਂ ਦੀ ਕੋਈ ਬੱਲੇ ਬੱਲੇ ਹੋਵੇ Who are not in this because they want God to make them rich and healthy and wealthy? ਔਰ ਉਹ ਕਿ ਜਿਹੜੇ ਹੁਣ ਇਸ ਵੇਲੇ ਨਹੀਂ ਉਹ ਕਹਿੰਦੇ ਕਿ ਹਾਂ ਕਿ ਸਾਨੂੰ ਪਰਮੇਸ਼ਰ ਬਹੁਤ ਕੁਝ ਦੇ ਦੇਵੇ ਪੈਸਾ ਤੇਲਾ ਦੁਨੀਆ ਦੇ ਵਿੱਚ Who are not in it just because that they want out of God what they can get out of Him? ਔਰ ਉਹ ਇਸ ਕਰਕੇ ਨਹੀਂ ਹੈਗੇ ਪ੍ਰਭੂ ਦੇ ਪਿੱਛੇ ਚੱਲਦੇ ਕਿ ਹਾਂ ਕਿ ਪਰਮੇਸ਼ਰ ਕੋਲ ਸਾਨੂੰ ਕੀ ਫਾਇਦਾ ਹੁੰਦਾ ਆ But their desire is to be like Christ. ਪਰ ਉਹਨਾਂ ਦੀ ਇਸ ਵੇਲੇ ਕੀ ਇੱਛਾ ਆ ਕਿ ਹਾਂ ਅਸੀਂ ਪ੍ਰਭੂ ਦੇ ਪਿੱਛੇ ਚੱਲਣਾ ਹੈ ਅਸੀਂ ਪ੍ਰਭੂ ਦੇ ਵਰਗੇ ਬਣਨਾ ਹੈ And they're like Christ. ਔਰ ਉਹ ਮਸੀਹ ਵਰਗੇ ਜਿਹੜੇ ਹੈਗੇ ਆ They're different. ਉਹ ਫਰਕ ਆ And you can tell after spending 5 minutes with them. ਔਰ ਜਦੋਂ ਤੁਸੀਂ ਉਹਨਾਂ ਦੇ ਨਾਲ ਕੋਈ ਸਮਾਂ ਬਤੀਤ ਕਰਦੇ ਆ 5 ਮਿੰਟ ਦਾ ਫਿਰ ਤੈਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਫਰਕ ਆ Their language is different, their attitudes are different, their values are different. ਔਰ ਉਹਨਾਂ ਦੀ ਜਿਹੜੀ ਸੋਚ ਆ ਜਿਹੜੀਆਂ ਉਹਨਾਂ ਦੇ ਗੱਲਾਂ ਆ ਜਿਹੜਾ ਉਹਨਾਂ ਦੇ ਕੰਮ ਆ ਉਹ ਫਰਕ ਆ Can you think of 10 people like this? ਕਿ ਕੀ ਤੁਸੀਂ ਇਸ ਤਰ੍ਹਾਂ ਦੇ 10 ਲੋਕ ਦੇਖ ਸਕਦੇ ਆ It's very hard to find even 10 people today like this. ਕਿ ਅੱਜ ਜਿਹੜੇ ਆ ਉਹ 10 ਲੋਕ ਵੀ ਇਸ ਤਰ੍ਹਾਂ ਦੇ ਪਾਲਣੇ ਬੜੇ ਮੁਸ਼ਕਲ ਆ Because people are not prepared to pay the cost. ਕਿਉਂਕਿ ਜਿਹੜੇ ਲੋਕ ਆ ਉਹ ਤਿਆਰ ਨਹੀਂ ਹੈਗੇ ਕਿ ਜਿਹੜੀ ਕੀਮਤ ਅਦਾ ਕਰਨੀ ਪੈਂਦੀ ਆ Orpah came to this turning point in her life. ਔਰ ਇਹ ਜਿਹੜੀ ਆਰਪਾ ਨਿਯੋਮੀ ਦੀ ਨੂੰਹ ਆ ਉਹ ਇਸ ਮੋੜ ਦੇ ਉੱਤੇ ਆ ਗਈ She had to make a decision. ਔਰ ਉਹਨੂੰ ਇਹ ਫੈਸਲਾ ਕਰਨ ਦੀ ਲੋੜ ਸੀ She rejected Naomi's God. ਔਰ ਉਹਨੇ ਫਿਰ ਕੀ ਕੀਤਾ ਕਿ ਜਿਹੜਾ ਨਿਯੋਮੀ ਦਾ ਪਰਮੇਸ਼ਰ ਆ ਉਹਦਾ ਉਹਨੇ ਇਨਕਾਰ ਕਰ ਦਿੱਤਾ Because she was not prepared to pay the cost. ਕਿਉਂਕਿ ਉਹ ਤਿਆਰ ਨਹੀਂ ਸੀ ਕਿ ਜਿਹੜੀ ਕੀਮਤ ਉਹਨੂੰ ਅਦਾ ਕਰਨ ਦੀ ਲੋੜ ਆ So these widows, they came to a turning point. ਔਰ ਇਹ ਜਿਹੜੀਆਂ ਵਿਧਵਾ ਹੈਗੀਆਂ ਦੇਖਦੇ ਆ ਇਹਨਾਂ ਨੇ ਇੱਕ ਮੋੜ ਤੇ ਆ ਕੇ ਖੜੀਆਂ ਹੋਈਆਂ A crossroad. ਕਿ ਉਹ ਕਿ ਜਿਹੜਾ ਚਰਸਤਾ ਆਉਂਦਾ A situation where they had to make a choice. ਔਰ ਉਹ ਸਮਾਂ ਸੀਗਾ ਜਦੋਂ ਉਹਨਾਂ ਨੂੰ ਫੈਸਲਾ ਕਰਨ ਦੀ ਲੋੜ ਆ We've seen Naomi's turning point of restoration. ਔਰ ਇਹ ਦੇਖਿਆ ਕਿ ਜਿਹੜੀ ਨਿਯੋਮੀ ਆ ਜਦੋਂ ਉਹਨੇ ਉਹ ਵਾਪਸ ਆਉਣ ਦਾ ਫੈਸਲਾ ਕੀਤਾ We've seen Orpah's turning point of rejection. ਔਰ ਇਹ ਜਿਹੜੀ ਆਰਪਾ ਆ ਉਹਦੀ ਨੂੰ ਉਹ ਦੇਖਦੇ ਆ ਕਿ ਜਦੋਂ ਉਹਨੇ ਉਸ ਮੋੜ ਤੇ ਆ ਕੇ ਇਨਕਾਰ ਕਰ ਦਿੱਤਾ And finally we have this wonderful turning point here. ਔਰ ਇੱਥੇ ਇੱਕ ਬਹੁਤ ਸੋਹਣਾ ਇੱਕ ਮੋੜ ਆਉਂਦਾ ਆ Ruth's turning point of conversion to the Lord. ਕਿ ਇੱਥੇ ਕੀ ਦੇਖਦੇ ਆ ਕਿ ਜਦੋਂ ਰੂਥ ਦੇ ਸਾਹਮਣੇ ਇੱਕ ਮੋੜ ਆਇਆ ਔਰ ਉਹਨੇ ਸਹੀ ਫੈਸਲਾ ਕੀਤਾ ਔਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹ ਸੱਚੀ ਮੁੱਚੀ ਆ ਗਈ Here we see the providential hand of God at work. ਔਰ ਇੱਥੇ ਕੀ ਦੇਖਦੇ ਆ ਕਿ ਜੋ ਪਰਮੇਸ਼ਰ ਦਾ ਇੰਤਜ਼ਾਮ ਦਾ
ਜਿਹੜਾ ਸਾਰਾ ਕੁਝ ਜਿਹੜਾ ਹੱਥ ਆ ਉਹਦੇ ਵਿੱਚ ਆ How through these tragic situations, ਕਿ ਇਹ ਕਿ ਜਿਹੜਾ ਸਾਰਾ ਕੁਝ ਜਿਹੜਾ ਦੁੱਖ ਦਾ ਸਮਾਂ ਮੁਸੀਬਤਾਂ ਦਾ ਸਮਾਂ through ਜਿਹੜਾ ਸਾਰਾ these ਸੀ ਆ failings, ਔਰ ਇਹ ਕਿ ਜਦੋਂ ਸਾਰਾ ਕੁਝ ਜਦੋਂ through ਕੇਵਲ these ਨਕਾਰਾ ਵੀ ਹੋ ਗਿਆ sufferings, ਜਦੋਂ ਕਿ ਦੁੱਖ ਦੇ ਸਮੇਂ ਦੇ ਵਿੱਚ ਸੀ through this messy circumstances and twists and turns, ਕਿ ਉਹ ਕਿ ਜਿਹੜਾ ਕੁਝ ਪਤਾ ਵੀ ਨਹੀਂ ਲੱਗਦਾ ਸੀਗਾ ਕਿ ਇਹ ਕਿੱਧਰ ਨੂੰ ਜਾਣਾ ਆ ਕੀ ਕੋਈ ਸਮਝ ਵੀ ਨਹੀਂ ਸੀ ਆ ਰਹੀ we see that God is above it all. ਔਰ ਕੀ ਦੇਖਦੇ ਆ ਕਿ ਜਿਹੜਾ ਪਰਮੇਸ਼ਰ ਆ ਉਹ ਉਤੋਂ ਸਾਰਾ ਕੁਝ ਹੀ ਦੇਖ ਰਿਹਾ ਸੀ His hand is behind it all to bring his purposes to pass. ਔਰ ਕੀ ਦੇਖਦੇ ਆ ਕਿ ਪਰਮੇਸ਼ਰ ਦੇ ਜਿਹੜੇ ਇਰਾਦੇ ਆ ਜਿਹੜੀਆਂ ਪਲਾਨ ਯੋਜਨਾਵਾਂ ਆ ਉਹ ਸਾਰਾ ਕੁਝ ਉਹਦੇ ਵਿੱਚ ਆ And now he brings Ruth to this turning point. ਹੁਣ ਇਸ ਵੇਲੇ ਪਰਮੇਸ਼ਰ ਨੇ ਰੂਥ ਨੂੰ ਉਸ ਮੋੜ ਦੇ ਉੱਤੇ ਲੈ ਆਂਦਾ So she turns to the Lord ਕਿ ਜਿੱਥੇ ਉਹ ਪ੍ਰਭੂ ਦੇ ਵੱਲ ਮੁੜ ਪਵੇ and becomes an ancestor of King David and of the Lord Jesus ਔਰ Christ. ਕੀ ਇੱਥੇ ਦੇਖਦੇ ਆ ਕਿ ਫਿਰ ਜਿਹੜੀ ਕੁਲ ਪੱਤਰੀ ਆਉਂਦੀ ਆ ਜਿਹੜਾ ਘਰਾਣਾ ਆਉਂਦਾ ਆ ਦਾਊਦ ਬਾਦਸ਼ਾਹ ਦਾ ਪ੍ਰਭੂ ਯਿਸੂ ਮਸੀਹ ਦਾ ਉਹਦੇ ਵਿੱਚ ਉਹ And ਸ਼ਾਮਲ ਹੋਈ through this turning point, ਔਰ ਇਸ ਮੋੜ ਦੇ ਸਮੇਂ ਦੇ ਵਿੱਚ salvation comes to the world. ਕਿ ਹੁਣ ਜਿਹੜਾ ਆ ਉਹ ਦੁਨੀਆ ਦੇ ਵਿੱਚ ਮੁਕਤੀ ਆਉਂਦੀ ਹੈ And this turning point affects you and it affects me. ਔਰ ਇਹ ਜਿਹੜਾ ਇੱਕ ਸਮਾਂ ਆ ਮੋੜਨ ਦਾ ਉਹਦੇ ਤੁਹਾਡੇ ਉੱਤੇ ਔਰ ਮੇਰੇ ਉੱਤੇ ਅਸਰ ਹੁੰਦਾ ਆ This is absolutely central to the book of Ruth. ਔਰ ਇਹ ਜਿਹੜਾ ਰੂਥ ਦਾ ਇੱਕ ਬਹੁਤ ਇੱਕ ਕਹਿ ਲਓ ਕਿ ਪੱਕੀ ਗੱਲ ਆ She too makes a decision ਕਿ ਜਦੋਂ ਉਹ ਫੈਸਲਾ ਹੁੰਦਾ ਆ whether to go back to Moab and their gods or to follow Naomi and her God. ਕਿ ਹੁਣ ਇਸ ਵੇਲੇ ਕਿ ਜਾਂ ਤੇ ਉਹ ਮਵਾਬ ਨੂੰ ਜਾਵੇ ਜਿੱਥੇ ਉਹਦੇ ਆਪਣੇ ਦੇਵੀ ਦੇਵਤਾ ਜਿਹੜੇ ਆਪਣੇ ਹੈਗੇ ਆ ਪਰਮੇਸ਼ਰ ਜਾਂ ਫਿਰ ਉਹ ਨਿਯੋਮੀ ਦੇ ਪਰਮੇਸ਼ਰ ਦੇ ਪਿੱਛੇ ਜਾਵੇ What does she do? ਉਹ ਕੀ ਕਰਦੀ ਆ Verse 14. 14 ਆਇਤ ਦੇ ਵਿੱਚ It tells us Ruth clung to her. She clings to Naomi, her mother-in-law. ਇੱਥੇ ਕੀ ਦੇਖਦੇ ਆ ਕਿ ਨਿਯੋਮੀ ਜਿਹੜੀ ਆ ਰੂਥ ਜਿਹੜੀ ਆ ਉਹ ਨਿਯੋਮੀ ਦੇ ਨਾਲ ਚਿੰਬੜ ਗਈ ਉਹਨੂੰ ਫੜੀ ਰੱਖਿਆ And we see here true commitment, true conversion. ਔਰ ਇੱਥੇ ਕੀ ਦੇਖਦੇ ਆ ਕਿ ਜਿਹੜਾ ਸੱਚੀ ਮੁੱਚੀ ਜਿਹੜਾ ਉਹਦਾ ਫੈਸਲਾ ਜਿਹੜਾ ਸੱਚੀ ਮੁੱਚੀ ਉਹਦਾ ਜਿਹੜਾ ਜੀਵਨ ਸੀਗਾ ਉਹ ਬਦਲ ਗਿਆ It's not just, you know, I'm a Christian ਇਹ ਨਹੀਂ ਕਿ ਹਾਂ ਕਿ ਬਸ ਹੁਣ ਮੈਂ ਤੇ ਮਸੀਹ ਬਣ ਗਿਆ because I believe Jesus died for me. ਔਰ ਇਹ ਹਾਂ ਕਿ ਮੈਂ ਵਿਸ਼ਵਾਸ ਕਰਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਵਾਸਤੇ ਮਰ ਗਿਆ And we say that. ਔਰ ਇਹ ਅਸੀਂ ਕਹਿੰਦੇ ਆ But there's no change in our lives. ਪਰ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਜਦੋਂ ਮੋੜ ਨਹੀਂ ਆਉਂਦਾ And we carry on living like before. There's no difference. ਔਰ ਸਾਡੀਆਂ ਜ਼ਿੰਦਗੀਆਂ ਵਾਂਗੂ ਅਸੀਂ ਪਹਿਲਾਂ ਜਿੱਦਾਂ ਜੀਂਦੇ ਸੀ ਉਸੇ ਤਰ੍ਹਾਂ ਹੀ ਜੀ ਜਾਂਦੇ ਆ Yeah, we go to church, but essentially we're the same. ਔਰ ਅਸੀਂ ਚਰਚ ਤੇ ਜਾਣਾ ਸ਼ੁਰੂ ਕਰ ਦਿੱਤਾ ਪਰ ਸਾਡੇ ਵਿੱਚ ਕੋਈ ਤਬਦੀਲੀ ਨਹੀਂ ਆਈ We still speak the same language. We still live the same lives. We still have the same values. ਔਰ ਉਹ ਕਿ ਜਿਹੜੀਆਂ ਸਾਡੀਆਂ ਪਹਿਲੇ ਭਾਸ਼ਾ ਜਿਹੜੇ ਸਾਡੇ ਪਹਿਲੇ ਕੰਮ ਗੱਲਾਂ ਉਹ ਸਾਰਾ ਕੁਝ ਪਹਿਲਾਂ ਵਾਂਗੂ ਹੀ No, true conversion means a radical turning, a radical change. ਸੱਚੀ ਮੁੱਚੀ ਜਿਹੜਾ ਜੀਵਨ ਆ ਜਾਂ ਸੱਚੀ ਮੁੱਚੀ ਮੋੜ ਜਿਹੜਾ ਮੁੜਨਾ ਆ ਉਹਦੇ ਵਿੱਚ ਜਿਹੜਾ ਸਾਰਾ ਕੁਝ ਬਦਲ ਜਾਂਦਾ ਆ Like that of Rabbi Zacharias. ਕਿ ਜਿਸ ਤਰ੍ਹਾਂ ਜਿਹੜਾ ਰਵੀ ਜ਼ਕਰਿਆ ਦੀ ਜ਼ਿੰਦਗੀ ਦੇ ਵਿੱਚ ਇੱਕ ਸੱਚੀ ਮੁੱਚੀ ਮੋੜ ਆਇਆ ਸੀ Let's examine Ruth's turning. ਔਰ ਇੱਥੇ ਅਸੀਂ ਦੇਖੀਏ ਰੂਸ ਨੂੰ ਜਦੋਂ ਅਸੀਂ ਮੁੜਦੇ ਆ And I'll just point out briefly three things. ਔਰ ਇੱਥੇ ਤਿੰਨ ਗੱਲਾਂ ਥੋੜਾ ਧਿਆਨ ਦੇਣਾ Firstly, there was a turning or commitment to the living and the true God. ਔਰ ਪਹਿਲੀ ਗੱਲ ਕਿ ਉੱਥੇ ਕਿ ਸੱਚੀ ਮੁੱਚੀ ਉਹਨੇ ਕਿਹਾ ਕਿ ਹਾਂ ਕਿ ਸੱਚੇ ਪਰਮੇਸ਼ਰ ਦੇ ਪਿੱਛੇ ਮੈਂ ਚੱਲਣਾ ਆ In verse 16 and 17, Ruth makes this confession of faith, ਔਰ 16 ਤੇ 17 ਚ ਕੀ ਆ ਕਿ ਰੂਥ ਨੇ ਜੋ ਇਕਰਾਰ ਕੀਤਾ this commitment. ਕਿ ਇਹ ਜਿਹੜਾ ਇਕਰਾਰ ਕੀਤਾ And she says in the middle of it, ਔਰ ਉਹਨੇ ਇਹ ਸਾਰਾ ਕੁਝ ਇੱਕ ਦੇਖਿਆ ਵਿਚਕਾਰ ਦੀ ਗੱਲ ਕੀਤੀ she says, and your God shall be my God, और she उन- says to Naomi. ਔਰ ਨਿਯੋਮੀ ਨੇ ਉਹਨੇ ਕਿਹਾ ਕਿ ਤੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਹੋਊਗਾ Ruth says this. ਔਰ ਰੂਥ ਨੇ ਇਹ ਕਿਹਾ She has turned from idols ਕਿਹਾ ਕਿ ਮੈਂ ਹੁਣ ਇਸ ਵੇਲੇ ਜਿਹੜੇ ਦੇਵੀ ਦੇਵਤੇ ਜਿਹੜੇ ਮੂਰਤੀ ਆ ਜਿਹੜੇ ਹੈਗੇ ਹੱਥਾਂ ਦੇ ਬਣਾਏ ਉਹ ਤੋਂ ਮੁੜਦੀ ਆ to worship the living and the true God. ਉਹਨੇ ਕਿਹਾ ਕਿ ਹੁਣ ਮੈਂ ਇਸ ਵੇਲੇ ਇਹ ਸਾਰੇ ਜਿਹੜੇ ਝੂਠੇ ਦੇਵਤੇ ਤੇ ਛੱਡ ਕੇ ਮੈਂ ਸੱਚੇ ਜਿੰਦਾ ਪਰਮੇਸ਼ਰ ਵੱਲ ਮੁੜਦੀ ਆ Ruth says, he's my God. ਔਰ ਰੂਥ ਨੇ ਕਿਹਾ ਕਿ ਹੁਣ ਉਹ ਮੇਰਾ ਪਰਮੇਸ਼ਰ ਹੋਊਗਾ Your God, my God. ਉਹਨੇ ਕਿਹਾ ਕਿ ਜਿਹੜਾ ਤੇਰਾ ਜਿੰਦਾ ਪਰਮੇਸ਼ਰ ਆ ਉਹ ਮੇਰਾ ਪਰਮੇਸ਼ਰ ਹੋਊਗਾ God becomes
our God when we repent and truly turn. ਜਦੋਂ ਅਸੀਂ ਸੱਚੀ ਮੁੱਚੀ ਤੌਬਾ ਕਰਦੇ ਆ ਉਹ ਫਿਰ ਜਿਹੜਾ ਜਿੰਦਾ ਪਰਮੇਸ਼ਰ ਆ ਉਹ ਸਾਡਾ ਪਰਮੇਸ਼ਰ ਬਣ ਜਾਂਦਾ ਆ। That's true conversion. ਔਰ ਇਹ ਇੱਕ ਸੱਚੀ ਜਿਹੜੀ ਆ ਤਬਦੀਲੀ, ਜਿਹੜੀ ਸੱਚੀ ਮੁੱਚੀ There's a ਤਬਦੀਲੀ ਆ। turning in our minds. ਔਰ ਸਾਡੇ ਜਿਹੜੇ ਮਨਾਂ ਦੇ ਵਿੱਚ ਜਿਹੜਾ ਮੋੜ ਆਉਂਦਾ ਆ There's a turning in our hearts and our actions ਕਿ ਉਹ ਕਿ ਸਾਡੇ ਦਿਲਾਂ ਦੇ ਵਿੱਚ ਔਰ ਜਿਹੜੇ ਸਾਡੇ ਕੰਮ ਕਾਰ ਆ ਉਹਨਾਂ ਦੇ ਵਿੱਚ, from our idols, ਔਰ ਕਿ ਜਿਹੜੇ ਸਾਡੇ ਮੂਰਤੀ ਪੂਜਾ ਜਿਹੜੇ ਅਸੀਂ ਬਣਾਏ ਹੋਏ ਆ, from our cars, ਜਿਹੜੀਆਂ ਸਾਡੀਆਂ ਕਾਰਾਂ ਆ, the worship of our gadgets, ਔਰ ਉਹ ਕਿ ਜਿਹੜੀ ਦੁਨੀਆ ਦੀ ਚਹਿਲ ਪਹਿਲ ਜਿਹੜੀ ਸਾਨੂੰ ਹੈਗੀ ਆ ਉਹਦੇ ਵਿੱਚ ਜਦੋਂ ਅਸੀਂ ਉਹਨਾਂ ਦੀ ਉਪਾਸਨਾ ਕਰਦੇ or ਹਾਂ, immoral living. ਜਾਂ ਫਿਰ ਜਿਹੜਾ ਉਹ ਸਾਡਾ ਜੀਵਨ ਜਿਹੜਾ ਆ ਉਹ ਹਰਾਮਕਾਰੀ ਦੇ ਵਿੱਚ ਆ We don't live for these things. We leave them and we turn to God. ਕਿ ਹੁਣ ਇਸ ਵੇਲੇ ਅਸੀਂ ਉਹਨਾਂ ਚੀਜ਼ਾਂ ਗੱਲਾਂ ਦੇ ਵਾਸਤੇ ਨਹੀਂ ਜੀਂਦੇ, ਅਸੀਂ ਹੁਣ ਪਰਮੇਸ਼ਰ ਵੱਲ ਮੁੜਦੇ ਆ, ਉਹਦੇ ਵਾਸਤੇ ਜੀਂਦੇ ਆ। And we believe Jesus died for us. ਔਰ ਅਸੀਂ ਫਿਰ ਵਿਸ਼ਵਾਸ ਕਰਦੇ ਹਾਂ ਕਿ ਸੱਚੀ ਮੁੱਚੀ ਪ੍ਰਭੂ ਯਿਸੂ ਮਸੀਹ ਮੇਰੇ ਵਾਸਤੇ ਮਰ Secondly, ਗਿਆ। there's a turning or commitment to God's people. ਔਰ ਦੂਸਰੀ ਗੱਲ ਕੀ ਦੇਖਦੇ ਆ ਕਿ ਜਿਹੜੇ ਪਰਮੇਸ਼ਰ ਦੇ ਲੋਕਾਂ ਦੇ ਵਾਸਤੇ ਜਿਹੜਾ ਇੱਕ ਇਕਰਾਰ ਹੁੰਦਾ ਆ। Verse 16. 16 ਦੇ ਵਿੱਚ Your people shall be my people. ਉਹਨੇ ਕਿਹਾ ਕਿ ਜਿਹੜੇ ਤੇਰੇ ਲੋਕ ਆ ਉਹ ਮੇਰੇ ਲੋਕ ਹੋਣਗੇ। This idea that I love God but I don't love God's people, ਔਰ ਇਹ ਜਿਹੜੀ ਸੋਚ ਰੱਖਣੀ ਹਾਂ ਕਿ ਮੈਂ ਪਰਮੇਸ਼ਰ ਨੂੰ ਤਾਂ ਪਿਆਰ ਕਰਦਾ ਪਰ ਪਰਮੇਸ਼ਰ ਦੇ ਲੋਕਾਂ ਨੂੰ ਪਿਆਰ ਨਹੀਂ I ਕਰਦਾ, love God but I don't like Christians, ਔਰ ਮੈਂ ਪਰਮੇਸ਼ਰ ਨੂੰ ਤਾਂ ਪਿਆਰ ਕਰਦਾ ਪਰ ਮਸੀਹੀ ਮੈਨੂੰ ਪਸੰਦ ਨਹੀਂ, is absolute nonsense. ਔਰ ਇਹ ਜਿਹੜੀ ਆ ਇਹ ਬਿਲਕੁਲ ਬੇਵਕੂਫੀ ਦੀ ਗੱਲ ਆ। How do we know you love God or I love God? How can we measure it? We can't see it. ਔਰ ਕਿਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਨਾਪ ਸਕਦੇ ਹਾਂ ਕਿ ਹਾਂ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ, ਕਿਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ? You can see it ਤੁਸੀਂ ਦੇਖ ਸਕਦੇ ਹਾਂ ਸੱਚਮੁੱਚ, if we measure the intensity with which we love God's people. ਔਰ ਉਸ ਨਾਪ ਦੇ ਨਾਲ ਅਸੀਂ ਦੇਖ ਸਕਦੇ ਹਾਂ, ਮਿਣ ਸਕਦੇ ਹਾਂ ਕਿ ਹਾਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਜਦੋਂ ਅਸੀਂ ਦੂਸਰੇ ਨੂੰ ਪਿਆਰ ਕਰਦੇ ਹਾਂ। 1 John chapter 4 and verse 20 says, if someone says I love God and hates his brother, he's a liar. ਔਰ ਪਹਿਲਾ ਯੋਹੰਨਾ 4:20 ਦੇ ਵਿੱਚ ਕੀ ਕਹਿੰਦਾ ਕਿ ਜੇ ਪਰਮੇਸ਼ਰ ਕਹਿੰਦਾ ਕਿ ਜੇ ਆਪਣੇ ਭਰਾ ਨੂੰ ਕੋਈ ਪਿਆਰ ਨਹੀਂ ਕਰਦਾ, ਪਰਮੇਸ਼ਰ ਕਹਿੰਦਾ ਫਿਰ ਤਾਂ ਝੂਠ ਬੋਲਦਾ ਆ। And you identify with God's people's joys and sorrows. ਔਰ ਇਹ ਆ ਕਿ ਜਿਹੜਾ ਸੱਚੀ ਮੁੱਚੀ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਸ਼ਾਮਲ ਹੋਣਾ, ਦੁੱਖ ਦੇ ਵਿੱਚ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੋਣਾ। Verse 16, entreat me not to leave you or to turn back from following you, for wherever you go I will go and wherever you lodge I will lodge. ਔਰ ਉਹਨੇ ਕੀ ਕਿਹਾ ਰੂਥ ਨੇ ਮੈਨੂੰ ਕਿ ਸਾਰਾ ਕੁਝ ਜੋ ਹੈ ਮੈਂ ਤੇਰੇ ਲੋਕਾਂ ਵਿੱਚ ਤੇਰੇ ਪਰਮੇਸ਼ਰ ਦੇ ਨਾਲ, ਔਰ ਜਿੱਥੇ ਤੂੰ ਜਾਵੇਂਗੀ ਮੈਂ ਤੇਰੇ ਨਾਲ ਜੀਵਾਂਗੀ I'm ਮਰੂੰਗੀ। prepared to enter into your joys and sufferings. ਔਰ ਕਿਹਾ ਕਿ ਜਿਹੜੇ ਤੇਰੇ ਦੁੱਖ ਸੁੱਖ ਹੋਣਗੇ ਉਹਨਾਂ ਦੇ ਵਿੱਚ ਮੈਂ ਸ਼ਾਮਲ ਹੋਊਂਗੀ। And finally, ਅਖੀਰ ਦੇ there's ਵਿੱਚ a turning or commitment ਔਰ ਇਹ ਆ ਕਿ ਇੱਕ ਜਿਹੜਾ ਇਕਰਾਰ ਜਿਹੜਾ ਕਿਸੇ ਗੱਲ ਦੇ ਵਿੱਚ ਸ਼ਾਮਲ ਹੋਣਾ, to persevere to the end. ਕਿ ਜਿਹੜਾ ਅਖੀਰ ਦੇ ਵਿੱਚ ਅਖੀਰ ਤੱਕ ਜਿਹੜਾ ਸਬਰ ਦੇ ਨਾਲ Verse ਚੱਲੇਗਾ। 17, where you die I will die and there I will be buried, the Lord do so to me and more also, if anything but death parts you and me. 17 ਆਇਤ ਉੱਥੇ ਉਹਨੇ ਕਿਹਾ ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ, ਉੱਥੇ ਮੈਂ ਦੱਬੀ ਜਾਵਾਂਗੀ, ਯਹੋਵਾ ਮੇਰੇ ਨਾਲ ਅਜਿਹਾ ਹੀ ਕਰੇ। Ruth is saying here, ਇੱਥੇ ਰੂਥ ਕਹਿ ਰਹੀ ਆ I'm not going to go back to Moab. ਕਿ ਮੈਂ ਹੁਣ ਵਾਪਸ ਮੁਆਬ ਦੇ ਵਿੱਚ ਨਹੀਂ ਜਾਣਾ, I've left my family behind. ਔਰ ਕਿ ਮੈਂ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਆਈ I've ਹਾਂ, left my country behind. ਔਰ ਕਿ ਮੈਂ ਆਪਣਾ ਜਿਹੜਾ ਮੁਲਕ ਆ ਉਹਨੂੰ ਛੱਡ ਦਿੱਤਾ, I've left my gods behind. I've left my culture behind. ਕਿ ਜਿਹੜੇ ਮੇਰੇ ਪਰਮੇਸ਼ਰ ਜਿਹੜੇ ਮੇਰੇ ਆਪਣੇ ਦੇਵੀ ਦੇਵਤਾ ਸੀ ਉਹਨਾਂ ਨੂੰ ਛੱਡ ਦਿੱਤਾ, ਮੈਂ ਆਪਣੇ ਸਮਾਜ ਨੂੰ ਛੱਡ ਦਿੱਤਾ, No matter what, I will not go back. ਕਿ ਹੁਣ ਭਾਵੇਂ ਕੁਝ ਵੀ ਹੋ ਜਾਵੇ ਮੈਂ ਹੁਣ ਵਾਪਸ ਨਹੀਂ ਜਾਊਂਗੀ, I will persevere to the end till death. ਕਿ ਹੁਣ ਮੈਂ ਅਖੀਰ ਤੱਕ ਜਿਹੜੀ ਮੌਤ ਤੱਕ ਮੈਂ ਇਹ ਸਬਰ ਕਰੂੰਗੀ, And I'll be buried in Israel and not in Moab. ਕਿ ਹੁਣ ਮੈਂ ਦੱਬੀ ਜਾਊਂਗੀ ਇਜ਼ਰਾਈਲ ਦੇ ਵਿੱਚ, ਮੁਆਬ ਦੇ ਵਿੱਚ ਨਹੀਂ। We can go on about Ruth's confession here. ਔਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਰੂਥ ਦਾ ਇਕਰਾਰ ਸੀ, But this is true conversion. ਔਰ ਇਹ ਕੀ ਦੇਖਦੇ ਹਾਂ ਕਿ ਇਹ ਸੱਚੀ ਮੁੱਚੀ ਉਹਦੀ ਜਿਹੜੀ ਜ਼ਿੰਦਗੀ ਬਦਲ ਗਈ, A true commitment to be a disciple of Christ. ਔਰ ਇਹ ਹੈ ਕਿ ਇੱਕ ਜਿਹੜਾ ਸੱਚੀ ਮੁੱਚੀ ਪ੍ਰਭੂ ਯਿਸੂ ਮਸੀਹ ਦੇ ਚੇਲੇ ਬਣਨਾ, Not just a casual churchgoer, ਔਰ ਇਹ ਨਹੀਂ ਕਿ ਹਾਂ ਕਿ ਚਲੋ ਚਰਚ ਜਾਉਨੇ ਠੀਕ ਠਾਕ ਆ, but a serious believer. ਉਹ ਕਿ ਜਿਹੜਾ ਸੱਚੀ ਮੁੱਚੀ ਵਿਸ਼ਵਾਸ ਕਰਨਾ, ਪ੍ਰਭੂ ਦੇ ਪਿੱਛੇ ਚੱਲਣਾ। Let me ask you this morning, ਅੱਜ ਜਿਹੜਾ ਸੁਬਾਹ ਸਵਾਲ ਪੁੱਛਿਆ as I ਜਾਂਦਾ ਹੈ close. ਔਰ ਫਿਰ ਬੰਦ ਕਰਦੇ ਹਾਂ Have you come to this turning point? ਕਿ ਕੀ ਤੁਸੀਂ ਇਸ ਮੋੜ ਦੇ ਉੱਤੇ ਆ ਗਏ ਆ?
Is there a crisis? Is there some turning point in your life? ਕਿ ਕੀ ਇਸ ਵੇਲੇ ਕੋਈ ਜ਼ਿੰਦਗੀ ਦੇ ਹੈਗੇ ਆ ਮੁਸੀਬਤਾਂ ਆ ਜਾਂ ਕੋਈ ਜਿਹੜੇ ਦੁੱਖ ਮੁਸੀਬਤਾਂ ਦੇ ਜਾਂ ਤੁਸੀਂ ਉੱਥੇ ਮੋੜ ਤੇ ਆ ਗਏ ਆ There's something missing. ਕਿ ਹਾਂ ਕਿ ਕੁਛ ਤੁਹਾਨੂੰ ਲੱਗ ਰਿਹਾ ਕਿ ਜ਼ਿੰਦਗੀ You're ਦੇ ਵਿੱਚ not ਕੁਛ ਚਾਹੀਦਾ satisfied. ਕਿ ਤੁਸੀਂ ਇਸ ਵੇਲੇ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ God is challenging you to turn. ਔਰ ਪਰਮੇਸ਼ਰ ਤੈਨੂੰ ਕਹਿ ਰਿਹਾ ਕਿ ਹਾਂ ਕਿ ਹੁਣ ਸਹੀ ਮੋੜਨ ਦਾ ਟਾਈਮ ਆ Which of these three widows represents you? ਕਿ ਜਿਹੜੀਆਂ ਇਹ ਤਿੰਨ ਵਿਧਵਾ ਅਸੀਂ ਦੇਖਦੇ ਆ ਇਹ ਕਿਹੜੀ ਸਾਨੂੰ ਤਸਵੀਰ ਮਿਲਦੀ ਹੈ ਕਿ ਅਸੀਂ ਉਹਨਾਂ ਤਿੰਨਾਂ ਚੋਂ ਕੌਣ ਆ Naomi, ਜੇ ਨਿਓਮੀ ਹੈ the backslider who came back, ਕਿ was ਉਹ restored. ਕਿ ਜਿਹੜੀ ਪਹਿਲੋਂ ਚਲ ਗਈ ਸੀ ਵਾਪਸ ਹੁਣ ਮੁੜ ਕੇ ਆ ਗਈ ਆ Orpah, ਜਾਂ ਫਿਰ ਆਰਪਾ ਜਿਹੜੀ ਆ who followed for a while ਕਿ ਜਿਹੜੀ ਥੋੜਾ ਚਿਰ ਤੋਂ ਪਿੱਛੇ ਆਈ but was not prepared to pay the cost. ਪਰ ਉਹ ਤਿਆਰ ਨਹੀਂ ਸੀ ਕਿ ਜਿਹੜੀ ਉਹਨੂੰ ਕੀਮਤ ਅਦਾ ਕਰਨੀ ਪੈਣੀ ਸੀ Or is it Ruth, ਜਾਂ ਰੂਥ ਵਾਂਗੂ ਆ who was outside Christ ਕਿ ਉਹ ਜਿਹੜੀ ਮਸੀਹ ਦੇ ਘਰਾਣੇ ਤੋਂ ਬਾਹਰ ਸੀ but turned to the true God? ਪਰ ਉਹ ਸੱਚੇ ਪਰਮੇਸ਼ਰ ਦੇ ਵਿੱਚ ਆ ਗਈ Is that you? ਕਿ ਅੱਜ ਅਸੀਂ ਉਹ ਆ That you turn to the true God, make a true commitment to Christ? ਕਿ ਮਸੀਹ ਦੇ ਵਿੱਚ ਸੱਚੀ ਮੁੱਚੀ ਮੁੜਨਾ ਔਰ ਮਸੀਹ ਦੇ ਵਿੱਚ ਇਕਰਾਰ ਕਰਨਾ There's a real turning to Him and God's people, ਕਿ ਉਹ ਸੱਚੀ ਮੁੱਚੀ ਪ੍ਰਭੂ ਦੇ ਵਿੱਚ ਆਉਣਾ ਪ੍ਰਭੂ ਦੇ ਲੋਕਾਂ ਦੇ ਵਿੱਚ ਸ਼ਾਮਲ ਹੋਣਾ and a turning to follow Him until death. ਕਿ ਉਹਨੂੰ ਪਰਮੇਸ਼ਰ ਨੂੰ ਸਿਰਫ ਉਹਦੇ ਪਿੱਛੇ ਚੱਲਣਾ ਮੌਤ ਤੱਕ May the Lord bless His word to us this morning. ਔਰ ਪ੍ਰਭੂ ਸਾਨੂੰ ਇਹਨਾਂ ਵਚਨਾਂ ਦੁਆਰਾ ਬਰਕਤ ਦੇਵੇ Amen. ਆਮੀਨ We will now have our closing song. ਹੁਣ ਅਸੀਂ ਮੀਟਿੰਗ ਜੋ ਬੰਦ ਕਰਨ ਦਾ ਗੀਤ ਗਾਵਾਂਗੇ And again, as we've been saying, it'll come up on the screen. And let's sing at home and worship collectively together as a congregation, even though we can't meet and be here. ਔਰ ਅਸੀਂ ਜਿਸ ਤਰ੍ਹਾਂ ਸਕਰੀਨ ਦੇ ਉੱਤੇ ਆਊਗਾ ਔਰ ਅਸੀਂ ਜਦੋਂ ਘਰਾਂ ਦੇ ਵਿੱਚ ਬੈਠੇ ਆ ਅਸੀਂ ਸਾਰੇ ਰਲ ਕੇ ਇਹ ਗੀਤ ਗਾਵਾਂਗੇ यीशु है सच्चा बढ़िया, उसकी हम बेटे हैं। हरी चराइयों में हमें चराता है। यीशु है सच्चा बढ़िया, उसकी हम बेटे हैं। हरी चराइयों में हमें चराता है। बड़ी पहाड़ों में ले चलता है, जहाँ पर सुखदाई झरने बहते हैं। बड़ी पहाड़ों में ले चलता है, जहाँ पर सुखदाई झरने बहते हैं। यीशु है सच्चा बढ़िया, उसकी हम भेड़े हैं। हरी चराइयों में हमें चलाना है। मार्गों में मेरी रक्षा वो करता है। ओ शैतान के हाथों से हमें छुड़ाता है। मार्गों में मेरी रक्षा वो करता है। ओ शैतान के हाथों से हमें छुड़ाता है। यीशु है सच्चा बढ़िया, उसकी हम भेड़े हैं। हरी चराइयों में हमें चराता है। हमको किसी का अब तो डर नहीं है। ओ क्योंकि यीशु जो मेरा साथी है। हमको किसी का अब तो डर नहीं है। ओ क्योंकि यीशु जो मेरा साथी है। यीशु है सच्चा बढ़िया, उसकी हम भेड़े हैं। हरी चराइयों में हमें चराता है। यीशु है सच्चा बढ़िया, उसकी हम भेड़े हैं।
Okay, let's close the meeting in prayer. ਆਓ ਅਸੀਂ ਮੀਟਿੰਗ ਪ੍ਰਾਰਥਨਾ ਵਿੱਚ ਬੰਦ ਕਰੀਏ। Father, Lord, what a challenge this passage is to us. ਪਿਤਾ ਜੀ ਸੱਚਮੁੱਚ ਇਹਨਾਂ ਹੈਤਾਂ ਦੁਆਰਾ ਕਿੰਨੀ ਸਾਨੂੰ ਲਲਕਾਰ ਮਿਲਦੀ ਆ We see a true turning. ਕਿ ਸੱਚੀ ਮੁੱਚੀ ਇੱਕ ਜਿਹੜਾ ਮੋੜ ਮੁੜਨਾ, These 3 widows ਕਿ ਇਹ ਜਿਹੜੀਆਂ 3 ਵਿਧਵਾਵਾਂ came to a turning point in their lives. ਆਪਣੀ ਜ਼ਿੰਦਗੀ ਦੇ ਵਿੱਚ ਉਸ ਮੋੜ ਦੇ ਵਿੱਚ ਆਈਆਂ। Father, we may be there this morning. ਔਰ ਪ੍ਰਭੂ ਜੀ ਅੱਜ ਅਸੀਂ ਵੀ ਉਸ ਮੋੜ ਦੇ ਉੱਤੇ ਹੋਈਏ Help us. ਕਿ ਸਾਡੀ ਮਦਦ If we are backsliders, ਕਿ ਜਦੋਂ ਅਸੀਂ ਪਿੱਛੇ ਠੰਡੇ ਪੈ ਗਏ ਹਾਂ like Naomi, to turn back to Bethlehem, ਕਿ ਨਿਯਮੀ ਵਾਂਗੂ ਅਸੀਂ ਵਾਪਸ ਜੋ ਬੈਥਲੀਹਮ ਹੈ ਉਹਦੇ ਵਿੱਚ ਆਈਏ to leave the world and come back to the bread of life. ਔਰ ਅਸੀਂ ਦੁਨੀਆ ਨੂੰ ਛੱਡ ਕੇ ਅਸੀਂ ਜੋ ਰੋਟੀ ਦਾ ਘਰ ਆ ਉਹਦੇ ਵਿੱਚ ਆਈਏ। Lord, if we're not believers, ਜੇ ਅਸੀਂ ਅੱਜ ਵਿਸ਼ਵਾਸੀ ਨਹੀਂ help us to be like Ruth, ਔਰ ਪ੍ਰਭੂ ਜੀ ਸਾਡੀ ਤੁਸੀਂ ਮਦਦ ਕਰੋ ਕਿ ਅਸੀਂ ਰੂਥ ਵਾਂਗੂ to ਹੋਈਏ, leave our gods behind ਕਿ ਅਸੀਂ ਆਪਣੇ ਜੋ ਹੈਗੇ ਆ ਦੇਵੀ ਦੇਵਤਿਆਂ ਨੂੰ ਪਿੱਛੇ ਛੱਡ ਕੇ and make a commitment to the true and the living God. ਔਰ ਜੋ ਸੱਚਾ ਜਿੰਦਾ ਪਰਮੇਸ਼ਰ ਆ ਉਹਦੇ ਸਾਹਮਣੇ ਅਸੀਂ ਇਕਰਾਰ Pray God you'd bless us, ਔਰ ਸਾਨੂੰ ਪ੍ਰਭੂ ਜੀ ਤੁਸੀਂ ਬਰਕਤ ਦਿਓ be with us even throughout this week. ਔਰ ਇਸ ਹਫਤੇ ਵਿੱਚ ਸਾਡੇ ਨਾਲ ਹੋਣਾ Keep us safe, we pray, ਔਰ ਸਾਨੂੰ ਤੁਸੀਂ ਸੰਭਾਲਣਾ and help us to know ਔਰ ਇਸ ਤੁਸੀਂ ਮਦਦ ਕਰਨੀ that, Lord, this glorious God of Ruth ਕਿ ਇਹ ਜਿਹੜਾ ਮਹਿਮਾ ਵਾਲਾ ਪਰਮੇਸ਼ਰ ਰੂਥ ਦਾ is the same glorious God we worship, ਕਿ ਇਹੀ ਜਿਹੜਾ ਸਾਡਾ ਪਰਮੇਸ਼ਰ ਹੋਵੇ ਜਿਹਦੇ ਅਸੀਂ ਉਪਾਸਨਾ who ਕਰੀਏ, has his good purposes ਕਿ for our ਜਿਹਦੇ lives. ਔਰ ਜਿਹਦੇ ਅੱਛੇ ਇਰਾਦੇ ਆ ਸਾਡੀ ਜ਼ਿੰਦਗੀਆਂ ਦੇ ਵਾਸਤੇ। We pray these things in his name. ਇਹ ਸਾਰਾ ਕੁਝ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, Amen. ਆਮੀਨ।